ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਇੱਕ ਬਚਨ ਬੜਾ ਪਿਆਰਾ, ਉਹ ਆਖਦੇ ਨੇ ਕਿ ਮੈਂ ਉਹਨਾਂ ਗੁਰਸਿੱਖਾਂ ਤੋਂ ਵਾਰਣੇ ਜਾਂਦਾ, ਕੁਰਬਾਨ ਜਾਂਦਾ, ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ ਤੇ ਅੰਮ੍ਰਿਤ ਵੇਲੇ ਉੱਠ ਕਰਕੇ ਜਿਹੜੇ ਇਸ਼ਨਾਨ ਕਰਕੇ ਗੁਰਬਾਣੀ ਦੇ ਨਾਲ ਜੁੜਦੇ ਨੇ, ਨਿਤਨੇਮ ਦੇ ਨਾਲ ਜੁੜਦੇ ਨੇ, ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ। ਫਿਰ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਕਰਕੇ ਆਪਣੇ ਮਨ ਦੀ ਮੈਲ ਨੂੰ ਗੁਰਬਾਣੀ ਦੇ ਨਾਲ, ਗੁਰ ਉਪਦੇਸ਼ਾਂ ਦੇ ਨਾਲ ਉਤਾਰ ਲੈਂਦੇ ਹਨ। ਕਹਿੰਦੇ ਜਿਹੜੇ ਗੁਰੂ ਕੇ ਸਿੱਖ ਸ਼ਰਧਾ ਤੇ ਭਾਵਨਾ ਦੇ ਨਾਲ ਸਤਿਗੁਰਾਂ ਦੇ ਗੁਰਪੁਰਬ ਮਨਾਉਂਦੇ ਨੇ ਨਾ, ਉਹਨਾਂ ਦੀ ਸੇਵਾ ਸਫਲੀ ਹੁੰਦੀ ਹੈ। ਉਹਨਾਂ ਦਾ ਪਿਆਰਾ ਬਚਨ ਕਹਿੰਦੇ ਕੁਰਬਾਣੀ ਤਿਨਾ ਗੁਰਸਿੱਖਾਂ ਪਿਛਲ ਰਾਤੀ ਉੱਠ ਬਹੰਦੇ, ਕੁਰਬਾਣੀ ਤਿਨਾ ਗੁਰਸਿੱਖਾਂ ਅੰਮ੍ਰਿਤ ਵੇਲੇ ਸਰ ਨਹਵੰਦੇ, ਕੁਰਬਾਣੀ ਤਿਨਾ ਗੁਰਸਿੱਖਾਂ ਇਕ ਮਨ ਹੋਏ ਗੁਰ ਜਾਪ ਜਪੰਦੇ, ਕੁਰਬਾਣੀ ਤਿਨਾ ਗੁਰਸਿੱਖਾਂ ਸਾਧ ਸੰਗਤ ਮਿਲ ਜਾਏ ਜੁੜੰਦੇ, ਕੁਰਬਾਣੀ ਤਿਨਾ ਗੁਰਸਿੱਖਾਂ ਭਾਈ ਭਗਤ ਗੁਰਪੁਰਬ ਕਰਨ ਦੇ, ਗੁਰ ਸੇਵਾ ਫਲ ਸੁਫਲ ਫਲੰਦੇ। ਕਹਿੰਦੇ ਉਹਨਾਂ ਦੀ ਸੇਵਾ ਨੂੰ ਭਾਗ ਲੱਗਦੇ ਹਨ ਜਿਹੜੇ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾ ਕਰਕੇ ਗੁਰੂ ਦੇ ਉਪਦੇਸ਼ਾਂ ਨੂੰ ਸੁਣਦੇ ਨੇ ਤੇ ਸੁਣ ਕੇ ਮੰਨਦੇ ਹਨ। ਕਹਿੰਦੇ ਉਹਨਾਂ ਦਾ ਜੀਵਨ ਜਿਹੜਾ ਨਾ ਉਹ ਸਫਲਾ ਹੁੰਦਾ ਹੈ। ਆਓ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਗੁਣ ਗਾਉਣ ਕਰਨ ਤੋਂ ਪਹਿਲਾਂ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਨੇ ਆਪਣੇ ਬਾਰੇ ਬਚਨ ਆਖਿਆ, ਆਪ ਸਾਰਿਆਂ ਨੂੰ ਚੇਤੇ ਹੋਵੇਗਾ। ਪਾਤਸ਼ਾਹ ਕਹਿੰਦੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ। ਕਹਿੰਦੇ ਮੇਰੀ ਹਾਲਤ ਸੀ ਕਿ ਰੁਲਦਾ ਫਿਰਦਾ ਸਾਂ ਔਰ ਕਿਸੇ ਨੇ ਕੋਈ ਗੱਲਬਾਤ ਨਹੀਂ ਸੀ ਪੁੱਛੀ। ਜਦੋਂ ਮੈਂ ਅਨਾਥ ਹੋਇਆ ਦੁਨਿਆਵੀ ਤੌਰ ਤੇ, ਜਦੋਂ ਮੈਂ ਯਤੀਮ ਹੋਇਆ, ਉਦੋਂ ਕੋਈ ਮੇਰੀ ਬਾਹ ਪਕੜਨ ਵਾਲਾ ਨਹੀਂ ਸੀ। ਪਰ ਕਹਿੰਦੇ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰ ਨਾਨਕ ਜਨ ਕੇਰਾ, ਜਿਤ ਮਿਲਿਐ ਚੁੱਕੇ ਸਭ ਸੋਗ ਸੰਤਾਪੇ। ਗੁਰੂ ਧੰਨ ਹੈ ਜਿਸ ਨੇ ਮੇਰੇ ਵਰਗੇ ਕੀੜੇ ਨੂੰ ਥਾਪ ਦਿੱਤਾ ਤੇ ਪਾਤਸ਼ਾਹੀ ਬਖਸ਼ ਦਿੱਤੀ ਸਾਧ ਸੰਗਤ। ਧੰਨ ਗੁਰੂ ਰਾਮਦਾਸ ਮਹਾਰਾਜ ਐਸੇ ਪਾਤਸ਼ਾਹ ਬਣੇ ਕਿ ਵੱਡੇ ਵੱਡੇ ਬਾਦਸ਼ਾਹ, ਵੱਡੇ ਵੱਡੇ ਰਾਜੇ ਮਹਾਰਾਜੇ ਜਿਹੜੇ ਨੇ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਨਤਮਸਤਕ ਹੁੰਦੇ ਹਨ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦੇ ਸ਼ੇਰ ਕਹਿ ਕੇ ਅੱਗੇ ਤੁਰਾਂਗਾ। ਭਾਈ ਸਾਹਿਬ ਨੰਦ ਲਾਲ ਸਾਹਿਬ ਕਹਿੰਦੇ ਨੇ, ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਕਹਿੰਦੇ ਹੋ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਪਰ ਸੱਚੇ ਪਾਤਸ਼ਾਹ ਦੁਨੀਆ ਦੇ ਅੰਦਰ ਤੁਹਾਡੇ ਵਰਗਾ ਬਾਦਸ਼ਾਹ ਕੋਈ ਨਹੀਂ। ਸਾਰੀ ਲੁਕਾਈ ਦੀ ਤੁਸੀਂ ਸਰਮਾਇਆ ਹੋ, ਤੁਸੀਂ ਪੂੰਜੀ ਹੋ, ਤੁਸੀਂ ਸਿਦਕ ਤੇ ਤੁਸੀਂ ਰਾਜ ਦੇ ਰਖਵਾਲੇ ਹੋ। ਉਹ ਕਹਿੰਦੇ ਗੁਰੂ ਰਾਮਦਾਸ ਆਮਤਾ ਉਲਵਰ ਜਹਾਂ ਬੀਨ ਇਕਲੀਮ ਸਿਦਕੋ ਸਫਾ। ਫਿਰ ਉਹਨਾਂ ਅੱਗੇ ਕਿਹਾ, ਕਹਿੰਦੇ ਹਮ ਅਜ਼ ਸਲਤਨਤ ਹਮ ਅਜ਼ ਫੁਕਰਸ ਨਿਸ਼ਾ, ਗਿਰਾ ਮਾਇਆ ਤਰ ਅਫਸਰ ਅਫਸਰਾਂ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਵੱਡੇ ਵੱਡੇ ਬਾਦਸ਼ਾਹ ਦੁਨੀਆ ਦੇ ਤੁਹਾਡੇ ਦਰ ਤੇ ਨਤਮਸਤਕ ਹੁੰਦੇ ਹਨ, ਕਿਉਂਕਿ ਤੁਸੀਂ ਰਾਜ ਤੇ ਜੋਗ ਦੇ ਰਖਵਾਲੇ ਹੋ, ਤੁਸੀਂ ਰਾਜ ਤੇ ਜੋਗ ਦਾ ਆਨੰਦ ਮਾਣਨ ਵਾਲੇ ਹੋ। ਸਾਧ ਸੰਗਤ ਦੁਨੀਆ ਦੇ ਅੰਦਰ ਬਾਦਸ਼ਾਹ ਬਹੁਤ ਹੋਏ ਨੇ, ਰਾਜੇ ਮਹਾਰਾਜੇ ਬਹੁਤ ਹੋਏ ਨੇ, ਪਰ ਖਿਆਲ ਕਰਿਓ ਉਹਨਾਂ ਕੋਲ ਦੁਨੀਆ ਦਾ ਰਾਜ ਹੋ ਸਕਦਾ ਹੈ, ਉਹਨਾਂ ਦੇ ਕੋਲ ਵੱਡਾ ਰਾਜ ਹੋ ਸਕਦਾ ਹੈ, ਪਰ ਪਾਤਸ਼ਾਹੀ ਦਾ ਜਿਹੜਾ ਰਾਜ ਹੈ ਨਾ ਉਹ ਉਹਨਾਂ ਦੇ ਕੋਲ ਨਹੀਂ ਸੀ। ਹਮ ਅਜ਼ ਸਲਤਨਤ ਹਮ ਅਜ਼ ਫੁਕਰਸ਼ ਨਿਸਾ। ਸਲਤਨਤ ਕਹਿੰਦੇ ਨੇ ਦੁਨੀਆ ਦਾ ਰਾਜ, ਜਿਹੜਾ ਅਸੀਂ ਕਹਿੰਦੇ ਸਲਤਨਤ, ਮੁਗਲਿਆ ਸਲਤਨਤ ਪੁਰਾਣੇ ਸਮੇਂ ਦੇ ਅੰਦਰ ਸ਼ਬਦ ਵਰਤਿਆ ਜਾਂਦਾ ਸੀ, ਅੱਜ ਅਸੀਂ ਸਰਕਾਰ ਕਹਿਣਾ ਸ਼ੁਰੂ ਕਰ ਦਿੱਤਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹਮ ਅਜ਼ ਸਲਤਨਤ, ਇਹ ਦੁਨੀਆ ਦਾ ਰਾਜ ਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੁਹਾਡੇ ਕੋਲ ਹੈ।
ਹਮ ਅਜ਼ ਫੁਕਰਸ ਨਿਸ਼ਾ, ਜੋਗ ਦਾ ਰਾਜ ਵੀ ਤੁਹਾਡੇ ਕੋਲ ਹੈ। ਕਹਿੰਦੇ ਹਮ ਅਜ਼ ਸਲਤਨਤ, ਹਮ ਅਜ਼ ਫੁਕਰਸ ਨਿਸ਼ਾ, ਗਿਰਾ ਸਰਤਾਰ, ਅਫਸਰ ਅਫਸਰਾ, ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਇਹ ਤੁਹਾਡੇ ਦਰ ਤੇ ਨਤਮਸਤਕ ਹੁੰਦੇ ਨੇ, ਭੱਟਾ ਨੇ। ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਦੀ ਵਡਿਆਈ ਕੀਤੀ ਨਾ ਤੇ ਸ਼ਬਦ ਵਰਤ ਦਿੱਤੇ, ਕਹਿੰਦੇ ਸਤਿਗੁਰ ਖੇਮਾ ਤਾਣਿਆ, ਜੁਗ ਜੂਥ ਸਮਾਣੇ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਸਿਫਤ ਸਲਾਹ ਦਾ ਖੇਮਾ ਤਾਣ ਦਿੱਤਾ। ਖੇਮਾ ਦਾ ਅਰਥ ਹੁੰਦਾ ਚੰਦੋਆ। ਹੁਣ ਜਿਹੜੇ ਇਸ ਸਿਫਤ ਸਲਾਹ ਦੇ ਚੰਦੋਏ ਦੇ ਥੱਲੇ ਆਏ ਨੇ ਨਾ, ਉਹਨਾਂ ਸਾਰਿਆਂ ਨੇ ਤੇਰੀ ਵਡਿਆਈ ਸ਼ੁਰੂ ਕਰ ਦਿੱਤੀ। ਸਤਿਗੁਰ ਖੇਮਾ ਤਾਣਿਆ, ਜੁਗ ਜੂਥ ਸਮਾਣੇ, ਅਨਭਵ ਨੇਜਾ। ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਨੇਜਾ ਫੜਿਆ, ਪਰ ਨੇਜਾ ਕਿਹੜਾ ਸੀ? ਖਿਆਲ ਕਰਿਓ, ਉਸ ਤਰ੍ਹਾਂ ਦੁਨਿਆਵੀ ਨੇਜਾ ਸ਼ਸਤਰ ਜਿਹੜਾ ਗੁਰੂ ਰਾਮਦਾਸ ਮਹਾਰਾਜ ਨੇ ਕੋਈ ਨਹੀਂ ਫੜਿਆ। ਅਨੁਭਵ ਨੇਜਾ, ਗਿਆਨ ਦਾ ਜਿਹੜਾ ਨੇਜਾ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਹੱਥ ਵਿੱਚ ਹੈ। ਨਾਮ ਟੇਕ, ਟੇਕ ਜਿਹੜੀ ਹੈ ਨਾ ਉਹ ਨਾਮ ਦੀ ਲਈ ਹੈ। ਜਿਤ ਭਗਤ ਅਘਾਣੇ, ਜਿਹਦੇ ਨਾਲ ਜਿਹੜੇ ਭਗਤ ਨੇ ਉਹ ਰਜ ਕੇ ਉਸ ਪਰਮਾਤਮਾ ਦੀ ਸਿਫਤ ਸਲਾਹ ਨੂੰ ਪੀਂਦੇ ਹਨ। ਗੁਰੂ ਨਾਨਕ ਅੰਗਦ ਅਮਰ, ਭਗਤ ਹਰ ਸੰਗ ਸਮਾਣੇ। ਗੁਰੂ ਨਾਨਕ ਤੋਂ ਲੈ ਕਰਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਤੱਕ ਅਤੇ ਜਿੰਨੇ ਵੀ ਭਗਤ ਹੋਏ ਨੇ, ਭੱਟ ਸਾਹਿਬ ਕਹਿੰਦੇ ਨੇ ਹੇ ਪਰਮਾਤਮਾ ਉਹ ਸਾਰੇ ਜਿਹੜੇ ਨੇ ਨਾ ਤੇਰੀ ਸਿਫਤ ਸਲਾਹ ਦਾ ਰਸ ਮਾਣ ਕਰਕੇ ਤੇਰੇ ਅੰਦਰ ਲੀਨ ਹੋ ਗਏ। ਇਹ ਰਾਜ ਜੋਗ ਗੁਰੂ ਰਾਮਦਾਸ ਤੁਮਹੂ ਰਸ ਜਾਣੇ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਰਾਜ ਤੇ ਜੋਗ ਦਾ ਆਨੰਦ ਤੁਸਾਂ ਮਾਣਿਆ। ਇੱਕ ਅੰਗਰੇਜ਼ ਵਿਦਵਾਨ ਹੋਇਆ ਕਨਿੰਘਮ, ਉਸਨੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਉਸਤਤ ਵਿੱਚ ਲਿਖਿਆ, ਕਹਿੰਦੇ ਜਿਹੜਾ ਅਸੀਂ ਸੱਚਾ ਪਾਤਸ਼ਾਹ ਸ਼ਬਦ ਵਰਤਦੇ ਹਾਂ ਨਾ, ਉਹ ਪਹਿਲਾਂ ਸਭ ਤੋਂ ਗੁਰੂ ਰਾਮਦਾਸ ਮਹਾਰਾਜ ਜੀ ਵਾਸਤੇ ਵਰਤਿਆ ਗਿਆ। ਅਸੀਂ ਅਰਦਾਸ ਕਰਦੇ ਹੋਏ ਵੀ ਕਹਿੰਦੇ ਆ ਸੱਚੇ ਪਾਤਸ਼ਾਹ, ਜੋਦੜੀਆਂ ਕਰਦਿਆਂ ਹੋਇਆ ਸੱਚੇ ਪਾਤਸ਼ਾਹ ਕਹਿੰਦੇ ਆ, ਗੱਲਬਾਤ ਵਿੱਚ ਵੀ ਕਹਿੰਦੇ ਆ ਸੱਚੇ ਪਾਤਸ਼ਾਹ ਦੀ ਕਿਰਪਾ। ਮੈਂ ਆਪ ਜੀ ਦੇ ਗਿਆਤ ਵਾਸਤੇ ਅਰਜ਼ ਕਰਦੇ ਵਾਂ, ਇਹ ਜਿਹੜਾ ਸਭ ਤੋਂ ਪਹਿਲਾਂ ਸ਼ਬਦ ਵਰਤਿਆ ਗਿਆ ਨਾ, ਇਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਵਾਸਤੇ ਵਰਤਿਆ ਗਿਆ। ਕਨਿੰਘਮ ਲਿਖਦਾ ਹੈ ਕਿ ਇੱਕ ਦੁਨੀਆ ਦਾ ਬਾਦਸ਼ਾਹ ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਅੰਦਰ ਕੀ ਅੰਤਰ ਹੈ? ਇੱਕ ਬਾਦਸ਼ਾਹ ਹੈ ਤੇ ਇੱਕ ਪਾਤਸ਼ਾਹ ਹੈ। ਕਹਿੰਦੇ ਬਾਦਸ਼ਾਹ ਜਿਹੜਾ ਨਾ ਉਹ ਕੇਵਲ ਦੁਨੀਆਦਾਰੀ ਤੱਕ ਸੀਮਤ ਹੈ। ਬਾਦਸ਼ਾਹ ਜਿਹੜਾ ਸਾਡੇ ਸਰੀਰ ਤੱਕ ਸੀਮਤ ਹੈ। ਬਾਦਸ਼ਾਹ ਦੁਨੀਆਦਾਰੀ ਦੀਆਂ ਚੀਜ਼ਾਂ ਸਾਨੂੰ ਦੇ ਸਕਦਾ ਹੈ, ਪਦਾਰਥ ਦੇ ਸਕਦਾ ਹੈ, ਸਾਡੀ ਮਦਦ ਕਰ ਸਕਦਾ ਹੈ, ਪਰ ਧੰਨ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਜਿਹੜਾ ਨਾ ਇਹ ਦੁਨੀਆਦਾਰੀ ਤੱਕ ਨਹੀਂ। ਖਿਆਲ ਕਰਿਓ, ਇਹ ਤਾਂ ਆਤਮਾ ਤੱਕ ਗੱਲ ਕਰਦਾ ਹੈ। ਜਿਸ ਵਾਸਤੇ ਸ਼ਬਦ ਵਰਤਦੇ ਨੇ, ਇਹ ਲੋਕ ਸੁਖੇ ਪਰ ਲੋਕ ਸੁਹੇਲੇ। ਗੁਰੂ ਜਿਹੜਾ ਹੈ ਨਾ ਇਹ ਦੋਵੇਂ ਲੋਕਾਂ ਨੂੰ ਸੁਹੇਲੇ ਕਰਦਾ ਹੈ। ਖਿਆਲ ਕਰਿਓ, ਗੁਰੂ ਦਾ ਜਿਹੜਾ ਬਚਨ ਹੈ ਨਾ ਉਹ ਕੇਵਲ ਸਰੀਰ ਤੱਕ ਸੀਮਤ ਨਹੀਂ, ਉਹ ਆਤਮਾ ਦੇ ਨਾਲ ਤੁਰਨ ਵਾਲਾ ਹੈ। ਇੱਕ ਬਚਨ ਰੱਖ ਕੇ ਮੈਂ ਅੱਗੇ ਤੁਰਾਂਗਾ। ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ। ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ। ਗੁਰ ਕਾ ਬਚਨ ਬਸੈ ਜੀ ਨਾਲੇ। ਗੁਰੂ ਦਾ ਜਿਹੜਾ ਬਚਨ ਹੈ ਨਾ ਇਹ ਮਨੁੱਖ ਦੀ ਆਤਮਾ ਦੇ ਨਾਲ ਚੱਲਦਾ ਹੈ, ਸਰੀਰ ਦੇ ਨਾਲ ਨਹੀਂ, ਕਿਉਂਕਿ ਸਰੀਰ ਦਾ ਨਾਸ਼ ਹੋ ਜਾਂਦਾ ਹੈ ਪਰ ਬਚਨ ਦਾ ਨਾਸ਼ ਨਹੀਂ ਜੇ ਹੁੰਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਗੁਰੂ ਦੇ ਬਚਨਾਂ ਦੇ ਉੱਤੇ ਪਹਿਰਾ ਦੇ ਸਜਣਾ, ਗੁਰੂ ਦੇ ਬਚਨਾਂ ਦੀ ਕਮਾਈ ਕਰ, ਕਿਉਂਕਿ ਨਾ ਇਸ ਨੂੰ ਚੋਰ ਚੁਰਾ ਸਕਦਾ ਹੈ, ਨਾ ਅੱਗ ਸਾੜ ਸਕਦੀ ਹੈ ਤੇ ਨਾ ਪਾਣੀ ਰੋੜ ਸਕਦਾ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਤਸਕਰ ਕਹਿੰਦੇ ਨੇ ਚੋਰ ਨੂੰ, ਤਸਕਰ ਨਹੀਂ ਲੇਵੈ ਭਾਏ ਨਾ ਸਾਕੇ ਜਾਲੇ। ਭਾ ਅੱਗ ਜਿਹੜੀ ਹੈ ਨਾ ਉਹ ਇਸ ਨੂੰ ਸਾੜ ਨਹੀਂ ਸਕਦੀ। ਸਾਧ ਸੰਗਤ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ, ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਸਨ 1534 ਨੂੰ ਲਾਹੌਰ ਸ਼ਹਿਰ ਦੇ ਅੰਦਰ ਬਾਬਾ ਹਰਦਾਸ ਜੀ ਦੇ ਘਰ
ਮਾਤਾ ਦਇਆ ਕੌਰ ਜੀ ਦੀ ਕੁੱਖੋਂ ਹੋਇਆ। ਮੈਂ ਬੇਨਤੀ ਕਰਦੇ ਹਾਂ, ਲਾਹੌਰ ਸ਼ਹਿਰ ਜਿਸ ਵਾਸਤੇ ਗੁਰੂ ਨਾਨਕ ਨੇ ਸ਼ਬਦ ਵਰਤਿਆ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜਦੋਂ ਧਿਆਨ ਧਰ ਕੇ ਵੇਖਿਆ ਕਿ ਜਗਤ ਜਿਹੜਾ ਨਾ ਇਹ ਅੱਗ ਵਿੱਚ ਵਿਕਾਰਾਂ ਦੀ ਸੜਦਾ ਪਿਆ ਹੈ, ਅੱਗ ਦੇ ਅੰਦਰ ਵਿਕਾਰਾਂ ਦੀ ਸੜਦਾ ਪਿਆ, ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਇੱਕ ਮਨ ਬਣਾਇਆ ਕਿ ਥਾਂ ਥਾਂ ਤੇ ਜਾ ਕਰਕੇ ਪ੍ਰਚਾਰ ਕੀਤਾ ਜਾਵੇ ਔਰ ਲੋਕਾਂ ਨੂੰ ਵਿਕਾਰਾਂ ਤੋਂ ਤੋੜ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ ਜਾਵੇ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬਾਬਾ ਦੇਖੈ ਧਿਆਨ ਧਰ। ਜਦ ਗੁਰੂ ਨਾਨਕ ਨੇ ਧਿਆਨ ਮਾਰਿਆ, ਜਲਤੀ ਸਭ ਪ੍ਰਥਮੀ ਦਿਸ਼ ਆਈ। ਕਹਿੰਦੇ ਸਾਰੀ ਪ੍ਰਥਮੀ ਜਿਹੜੀ ਹੈ ਨਾ ਇਹ ਜਲਦੀ ਹੋਈ ਨਜ਼ਰ ਆ ਰਹੀ ਸੀ। ਵਿਕਾਰਾਂ ਦੇ ਅੰਦਰ, ਵਿਕਾਰਾਂ ਦੀ ਅੱਗ ਦੇ ਅੰਦਰ ਸਾਰਿਆਂ ਦੀ ਆਤਮਾ ਦੇ ਅੰਦਰ ਭਾਂਬੜ ਮਚੇ ਪਈ ਸੀ। ਬਾਬਾ ਦੇਖੈ ਧਿਆਨ ਧਰ, ਜਲਤੀ ਸਭ ਪ੍ਰਥਮੀ ਦਿਸ ਆਈ। ਬਾਜੋ ਗੁਰੂ ਗੁਬਾਰ ਹੈ ਕਰਦੀ ਸੁਣੀ ਲੁਕਾਈ। ਲੁਕਾਈ ਜਿਹੜੀ ਹੈ ਨਾ ਜਨਤਾ ਹਾਏ ਹਾਏ ਕਰਦੀ ਪਈ ਸੀ। ਫਿਰ ਬਾਬੇ ਨੇ ਕੀ ਕੀਤਾ? ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਕਹਿੰਦੇ ਗੁਰੂ ਨਾਨਕ ਨੇ ਫਿਰ ਉਦਾਸੀ ਦੀ ਰੀਤ ਚਲਾ ਦਿੱਤੀ। ਉਦਾਸੀ ਦਾ ਮਤਲਬ ਨਮੋਸੀ ਨਹੀਂ, ਉਦਾਸੀ ਨਾ ਆ ਜਾਣਾ ਨਹੀਂ। ਉਦਾਸੀ ਦਾ ਮਤਲਬ ਹੈ ਪ੍ਰਚਾਰ ਦੋਰੇ। ਬਾਬੇ ਭੇਖ ਬਣਾਇਆ, ਉਦਾਸੀ ਦੀ ਰੀਤ ਚਲਾਈ, ਚੜਿਆ ਸੋਧਨ ਧਰਤ ਲੁਕਾਈ। ਫਿਰ ਗੁਰੂ ਨਾਨਕ ਨੇ ਪ੍ਰਚਾਰ ਦੌਰੇ ਸ਼ੁਰੂ ਕੀਤੇ। ਮੈਂ ਬੇਨਤੀ ਕਰਦੇ ਹਾਂ, ਸਾਧ ਸੰਗਤ ਕਈਆਂ ਨੇ ਬੜੇ ਤਰਲੇ ਲਏ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਕਿ ਤੁਸੀਂ ਘਰ ਨਾ ਛੱਡੋ। ਬੇਬੇ ਨਾਨਕੀ ਨੇ ਵੀ ਮਨਾ ਕੀਤਾ, ਜੀਜਾ ਜੈ ਰਾਮਨੀ ਨੇ ਮਨਾ ਕੀਤਾ, ਸੁਲਤਾਨਪੁਰ ਦੇ ਬਾਦਸ਼ਾਹ ਦੌਲਤ ਖਾਨ ਨੇ ਬੜੇ ਤਰਲੇ ਲਏ। ਜਦੋਂ ਸੁਲਤਾਨਪੁਰ ਤੋਂ ਤਲਵੰਡੀ ਆਏ ਨੇ, ਉੱਥੇ ਮਾਪਿਆਂ ਨੇ ਬੜਾ ਮਨਾ ਕੀਤਾ, ਸੁਪਤਨੀ ਮਾਤਾ ਸੁਲੱਖ ਜੀ ਨੇ ਬੜਾ ਮਨਾ ਕੀਤਾ। ਇੱਥੋਂ ਤੱਕ ਗੁਰੂ ਨਾਨਕ ਦੀ ਸੱਸ ਬੀਬੀ ਚੰਦੋ ਨੇ ਆਖ ਦਿੱਤਾ ਗੁਰੂ ਨਾਨਕ ਨੂੰ, ਹੇ ਗੁਰੂ ਨਾਨਕ, ਜੇ ਤੁਸਾਂ ਗ੍ਰਸਤ ਨਹੀਂ ਸੀ ਸੰਭਾਲਣਾ ਤੇ ਫਿਰ ਸ਼ਾਦੀ ਕਿਉਂ ਕਰਾਈ? ਗੁਰੂ ਨਾਨਕ ਨੇ ਜਵਾਬ ਦਿੱਤਾ ਕਿ ਮੈਂ ਗ੍ਰਸਤ ਨਹੀਂ ਛੱਡ ਲਿਆ, ਕਿਉਂਕਿ ਗ੍ਰਸਤ ਜਿਹੜਾ ਇਹ ਪ੍ਰਧਾਨ ਹੈ। ਮੈਂ ਕੇਵਲ ਕੁਝ ਦਿਨ ਵਾਸਤੇ ਘਰ ਛੱਡ ਕੇ ਜਾ ਰਿਹਾ, ਤਾਂ ਕਰਕੇ ਲੋਕਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜ ਸਕਾਂ। ਸਾਧ ਸੰਗਤ, ਜਦੋਂ ਗੁਰੂ ਨਾਨਕ ਨੇ ਮਨ ਬਣਾਇਆ ਚੜਿਆ ਸੋਧਨ ਧਰਤ ਲੁਕਾਈ ਦਾ, ਨਾ ਫਿਰ ਉਹਨਾਂ ਨੂੰ ਕੋਈ ਰਾਜ, ਨਾ ਕੋਈ ਸਾਜ, ਨਾ ਕੋਈ ਭੈਣ, ਨਾ ਕੋਈ ਪਤਨੀ, ਨਾ ਕੋਈ ਪੁੱਤਰ, ਨਾ ਮਾਤਾ ਤੇ ਨਾ ਪਿਤਾ ਉਹਨਾਂ ਨੂੰ ਰੋਕ ਸਕਿਆ। ਉਹਨਾਂ ਨੇ ਉਦਾਸੀਆਂ ਸ਼ੁਰੂ ਕਰ ਦਿੱਤੀਆਂ। ਇਹ ਸਵਾਲ ਸਿੱਧਾਂ ਜੋਗੀਆਂ ਨੇ ਗੁਰੂ ਨਾਨਕ ਨੂੰ ਕੀਤਾ ਸੀ, ਹੇ ਗੁਰੂ ਨਾਨਕ, ਤੁਸੀਂ ਤਾਂ ਸਾਡੇ ਬਾਰੇ ਆਖਦੇ ਸੀ ਕਿ ਜੋਗੀ ਜਿਹੜੇ ਨੇ ਉਹ ਗ੍ਰਸਤ ਛੱਡ ਕੇ ਜੰਗਲਾਂ ਵਿੱਚ ਚਲੇ ਜਾਂਦੇ ਨੇ, ਪਰ ਤੁਸੀਂ ਕਿਸ ਕਾਰਨ ਗ੍ਰਸਤ ਤਿਆਗ ਦਿੱਤਾ? ਉਹਨਾਂ ਸਵਾਲ ਜਵਾਬ ਜਿਹੜੇ ਕੀਤੇ ਨਾ, ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਬਾਣੀ ਦਰਜ ਹੈ, ਸਿੱਧ ਗੋਸ਼ਟ, ਉਸ ਦੇ ਅੰਦਰ ਇਹ ਸਵਾਲ ਜਵਾਬ ਨੇ। ਮੈਂ ਆਪ ਜੀ ਦੇ ਗਿਆਤ ਵਾਸਤੇ ਇੱਕ ਬੇਨਤੀ ਕਰਦੇ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨਾ ਸਵਾਲ ਤੇ ਜਵਾਬ ਬਹੁਤ ਕੀਤੇ ਗਏ ਨੇ। ਪਹਿਲਾ ਸਵਾਲ ਜਿਹੜਾ ਅਨੁਮਤੀਆਂ ਨੇ ਕੀਤਾ ਉਹ ਸਤਿਗੁਰਾਂ ਨੇ ਦਰਜ ਕੀਤਾ। ਉਸ ਤੋਂ ਬਾਅਦ ਫਿਰ ਆਪਣੀ ਵਿਚਾਰਧਾਰਾ ਜਿਹੜੀ ਹੈ ਨਾ ਉਹ ਸੰਸਾਰ ਦੇ ਸਾਹਮਣੇ ਰੱਖੀ। ਇੱਕ ਵਾਰੀ ਨਾ ਸਾਡੇ ਉਸਤਾਦ ਜੀ ਨੇ ਪੜ੍ਹਾਉਂਦਿਆਂ ਹੋਇਆਂ ਇਹ ਕਹਿ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕੁਝ ਮਨਮਤ ਵੀ ਹੈ ਗੁਰਮਤ ਦੇ ਨਾਲ ਨਾਲ। ਬੱਚਿਆਂ ਨੇ ਨਾ ਬੜਾ ਐਤਰਾਜ਼ ਕੀਤਾ ਕਿ ਉਸਤਾਦ ਜੀ ਨੇ ਇਹ ਕੀ ਕਹਿ ਦਿੱਤਾ ਕਿ ਮਨਮਤ ਵੀ ਹੈ। ਜਦੋਂ ਉਹਨਾਂ ਨੂੰ ਪੁੱਛਿਆ, ਉਸਤਾਦ ਜੀ ਤੁਸੀਂ ਐਦਾਂ ਕਿਉਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕੁਝ ਮਨਮਤ ਵੀ ਹੈ, ਫਿਰ ਉਹਨਾਂ ਸਮਝਾਇਆ ਕਿ ਮਨਮਤ ਦਾ ਅਰਥ ਜਿਹੜਾ ਅਨਮਤੀਆਂ ਦੀ ਮਤ ਹੈ, ਜਿਹੜਾ ਲੋਕਾਂ ਦੀ ਵਿਚਾਰਧਾਰਾ ਹੈ, ਪਹਿਲਾਂ ਸਤਿਗੁਰੂ ਨੇ ਉਹ ਸਮਝਾਈ ਹੈ ਤੇ ਫਿਰ ਆਪਣੀ ਵਿਚਾਰਧਾਰਾ ਉਹ ਸਾਡੇ ਸਨਮੁਖ ਰੱਖੀ ਹੈ। ਕੁਝ ਕੁ ਉਦਾਹਰਣ ਮੈਂ ਆਪ ਜੀ ਦੇ ਸਨਮੁਖ ਰੱਖ ਦੇਵਾਂ। ਜਿਵੇਂ ਅਸੀਂ ਜਪਜੀ ਸਾਹਿਬ ਦੀ 30ਵੀਂ ਪੌੜੀ ਪੜ੍ਹਦੇ ਹਾਂ, ਆਪ ਜੀ ਨੂੰ ਚੇਤੇ ਹੋਵੇਗੀ
ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਕਿ ਇੱਕ ਮਾਂ ਜਿਹੜੀ ਨਾ ਪ੍ਰਸੂਤ ਹੋਈ, ਉਸਨੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਇੱਕ ਸੰਸਾਰੀ, ਇੱਕ ਸੰਸਾਰ ਨੂੰ ਪੈਦਾ ਕਰਨ ਵਾਲਾ ਬ੍ਰਹਮਾ ਜੀ ਬਣ ਗਿਆ। ਇੱਕ ਭੰਡਾਰੀ, ਭੰਡਾਰ ਦੇਣ ਵਾਲਾ ਵਿਸ਼ਨੂੰ ਬਣ ਗਿਆ। ਇੱਕ ਲਾਏ ਦੀ ਬਾਣ, ਇੱਕ ਕੋਰਟ ਲਗਾਉਣ ਵਾਲਾ, ਅਦਾਲਤ ਲਗਾਉਣ ਵਾਲਾ ਸ਼ਿਵ ਬਣ ਗਿਆ। ਪਰ ਇਹ ਜਿਹੜੀ ਵਿਚਾਰਧਾਰਾ ਹੈ ਨਾ, ਇਹ ਗੁਰੂ ਨਾਨਕ ਦੀ ਨਹੀਂ, ਇਹ ਆਮ ਲੋਕਾਂ ਦੀ ਵਿਚਾਰਧਾਰਾ ਹੈ, ਅਨਮਤੀਆਂ ਦੀ ਵਿਚਾਰਧਾਰਾ ਹੈ। ਇਸ ਕਰਕੇ ਇਹ ਗੁਰਮਤ ਨਹੀਂ, ਇਹ ਮਨਮਤੀਆਂ ਦੀ ਵਿਚਾਰਧਾਰਾ ਹੈ। ਹੁਣ ਗੁਰੂ ਨਾਨਕ ਦੀ ਕੀ ਵਿਚਾਰਧਾਰਾ ਹੈ? ਪਾਤਸ਼ਾਹ ਕਹਿੰਦੇ, ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਮਾਣ। ਹੇ ਪ੍ਰਮਾਤਮਾ, ਸੰਸਾਰ ਉਵੇਂ ਚੱਲਦਾ ਹੈ ਜਿਵੇਂ ਤੂੰ ਚਲਾਉਂਦਾ ਹੈ, ਕਿਉਂਕਿ ਤੂੰ ਹੀ ਪੈਦਾ ਕਰਨ ਵਾਲਾ ਹੈ, ਤੂੰ ਹੀ ਮਾਰਨ ਵਾਲਾ ਹੈ ਤੇ ਤੂੰ ਹੀ ਰਿਜ਼ਕ ਦੇਣ ਵਾਲਾ ਹੈ। ਜਿਹੜੀ ਗੱਲ ਇੱਕ ਓੰਕਾਰ ਤੋਂ ਸ਼ੁਰੂ ਕੀਤੀ ਸੀ ਸੱਚੇ ਪਾਤਸ਼ਾਹ ਨੇ, ਉਹ ਫੇਰ ਸਾਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰਲਾਈ ਹੈ। ਮੈਂ ਬੇਨਤੀ ਕਰਦੇ ਮਾਂ, ਇਵੇਂ ਇੱਕ ਤੁਕ ਅਸੀਂ ਪੜ੍ਹਦੇ ਹਾਂ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲੱਗੈ ਕਾਈ। ਜੇ ਤੁਸੀਂ ਇੱਥੋਂ ਤੱਕ ਪੜ੍ਹੋਗੇ ਨਾ ਤੇ ਐਦਾਂ ਲੱਗੇਗਾ ਕਿ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਤੀਰਥਾਂ ਤੇ ਇਸ਼ਨਾਨ ਕਰੀਏ ਜਾ ਕਰਕੇ, ਫਿਰ ਕੋਈ ਮੈਲ ਨਹੀਂ ਜੇ ਲੱਗੇਗੀ, ਮੈਲ ਉਤਰ ਜਾਏਗੀ। ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤਾਂ ਕਹਿੰਦੇ ਨੇ, ਜਲ ਕੈ ਮੱਜਨ ਜੇਗਤ ਹੋਵੇ, ਨਿਤ ਨਿਤ ਮੈਡਕ ਨਾਵੇ, ਜੈਸੇ ਮੈਡਕ ਤੈਸੇ ਓਏ ਨਰ, ਫਿਰ ਜੂਨੀ ਆਵੇ। ਪਾਤਸ਼ਾਹ ਤੇ ਕਹਿੰਦੇ ਨੇ, ਤੀਰਥ ਨਹਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹੀ ਕਰੀ। ਫਿਰ ਇਹ ਬਾਣੀ 'ਚ ਵਿਰੋਧਾਭਾਸ ਕਿਵੇਂ ਹੈ? ਪਾਤਸ਼ਾਹ ਕਹਿੰਦੇ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨਾ ਲੱਗੈ ਕਾਈ। ਪਰ ਕਹਿਣ ਲੱਗੇ, ਸੱਜਣੋ, ਇਹ ਵਿਚਾਰਧਾਰਾ ਜਿਹੜੀ ਹੈ ਨਾ, ਮੇਰੀ ਨਹੀਂ, ਕਿਹਦੀ ਹੈ? ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਵਿਦ ਭਾਈ। ਇਹ ਮੇਰੀ ਵਿਚਾਰਧਾਰਾ ਨਹੀਂ, ਇਹ ਗੋਰਖਨਾਥ ਦੇ ਪੁੱਤਰ ਲੋਹਾਰੀ ਪਾ ਦੀ ਹੈ ਕਿ ਤੀਰਥਾਂ ਤੇ ਜਾਓਗੇ ਤੇ ਫਿਰ ਤੁਹਾਡੇ ਮਨ ਦੀ ਮੈਲ ਉਤਰ ਜਾਏਗੀ। ਇਸੇ ਪ੍ਰਕਾਰ ਜੋਗੀਆਂ ਨੇ ਨਾ ਗੁਰੂ ਨਾਨਕ ਨੂੰ ਸਵਾਲ ਕੀਤਾ, ਉਹ ਸਵਾਲ ਗੁਰੂ ਨਾਨਕ ਨੇ ਬਾਣੀ ਵਿੱਚ ਦਰਜ ਕੀਤਾ। ਕਹਿੰਦੇ, ਕਿਸ ਕਾਰਨ ਗ੍ਰਹਿ ਤਜਿਓ ਉਦਾਸੀ, ਕਿਸ ਕਾਰਨ ਇਹ ਭੇਖ ਨਿਵਾਸੀ, ਕਿਸ ਵਖਰ ਕੇ ਤੁਮ ਵਣਜਾਰੇ, ਕਿਉਂ ਕਰ ਸਾਥ ਲਗਾਵੋ ਪਾਰੇ। ਹੇ ਗੁਰੂ ਨਾਨਕ, ਤੁਸੀਂ ਘਰ ਕਿਉਂ ਤਿਆਗ ਦਿੱਤਾ? ਇਹ ਉਦਾਸੀਆਂ ਵਾਲੇ ਕੱਪੜੇ ਕਿਉਂ ਧਾਰਨ ਕਰ ਲਏ? ਤੇ ਕਿਸ ਸੌਦੇ ਦੇ ਤੁਸੀਂ ਵਿਆਪਾਰੀ ਹੋ? ਫਿਰ ਗੁਰੂ ਨਾਨਕ ਨੇ ਉਹਨਾਂ ਦਾ ਸਵਾਲ ਦਿੱਤਾ ਜਵਾਬ। ਉਹ ਕਹਿੰਦੇ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕੈ ਤਾਈ ਭੇਖ ਨਿਵਾਸੀ, ਸਾਚ ਵਖਰ ਕੇ ਹਮ ਵਣਜਾਰੇ, ਨਾਨਕ ਗੁਰਮੁਖ ਉਤਰਸ ਪਾਰੇ। ਅਸੀਂ ਲੋਕਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ, ਗੁਰਮੁਖ ਬਣਾਉਣ ਵਾਸਤੇ, ਗੁਰਮੁਖ ਖੋਜਣ ਵਾਸਤੇ ਨਾ ਇਹ ਉਦਾਸੀਆਂ ਸ਼ੁਰੂ ਕੀਤੀਆਂ ਨੇ। ਸੋ ਮੇਰੇ ਕਹਿਣ ਤੋਂ ਮੁਰਾਦ ਇਹ ਹੈ, ਗੁਰੂ ਨਾਨਕ ਨੇ ਪਹਿਲੀ ਉਦਾਸੀ ਦੇ ਅੰਦਰ ਪਹਿਲਾ ਪੜਾ ਜਿਹੜਾ ਕੀਤਾ ਹੈ ਨਾ, ਉਹ ਲਾਹੌਰ ਸ਼ਹਿਰ ਦੇ ਅੰਦਰ ਕੀਤਾ ਹੈ। ਕਿਉਂਕਿ ਲਾਹੌਰ ਸ਼ਹਿਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਅਸਥਾਨ ਹੈ। ਇਹ ਲਾਹੌਰ ਸ਼ਹਿਰ ਸੀ ਜਿੱਥੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਆਸਾ ਕੀ ਵਾਰ ਦੀਆਂ ਪਹਿਲੀਆਂ 15 ਪੌੜੀਆਂ ਉਚਾਰਨ ਕੀਤੀਆਂ। ਇਹ ਲਾਹੌਰ ਸ਼ਹਿਰ ਸੀ ਜਿੱਥੇ ਦੁਨੀ ਚੰਦ ਦਾ ਗੁਮਾਨ ਗੁਰੂ ਨਾਨਕ ਨੇ ਉਤਾਰਿਆ। ਆਪ ਸਾਰਿਆਂ ਨੇ ਸਾਖੀ ਸੁਣੀ ਹੋਣੀ ਹੈ ਕਿ ਦੁਨੀ ਚੰਦ ਜਿਹੜਾ ਬੜਾ ਅਮੀਰ ਸੀ, ਆਪਣੀ ਅਮੀਰੀ ਦਾ ਬੜਾ ਅਹੰਕਾਰ, ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਲਾਹੌਰ ਸ਼ਹਿਰ ਗਏ ਤੇ ਪਾਤਸ਼ਾਹ ਨੂੰ ਇਸਨੇ ਆਪਣੇ ਘਰ ਸੱਦਿਆ। ਗੁਰੂ ਨਾਨਕ ਚਲੇ ਗਏ, ਪਰ ਜਦੋਂ ਪਤਾ ਲੱਗਾ ਨਾ ਇਹ ਬੜੀਆਂ ਠੱਗੀਆਂ ਕਰਦਾ ਹੈ, ਪਰਾਇਆ ਹੱਕ ਮਾਰਦਾ ਹੈ, ਤੇ ਗੁਰੂ ਨਾਨਕ ਨੇ ਇੱਕ ਸੂਈ ਜਿਹੜੀ ਹੈ ਉਹ ਦੁਨੀ ਚੰਦ ਨੂੰ ਦਿੱਤੀ। ਹੇ ਦੁਨੀ ਚੰਦ, ਅਗਲੇ ਜਹਾਨ ਦੇ ਅੰਦਰ ਅਸੀਂ ਤੇਰੇ ਤੋਂ ਲਵਾਂਗੇ। ਦੁਨੀ ਚੰਦ ਕਹਿੰਦਾ, ਸੱਚੇ ਪਾਤਸ਼ਾਹ, ਉੱਥੇ ਤਾਂ ਕੁਝ ਵੀ ਨਾਲ ਨਹੀਂ ਜਾਣਾ। ਇਹ ਸੂਈ ਕਿਵੇਂ ਨਾਲ ਜਾਏਗੀ? ਸਰੀਰ ਵੀ ਨਾਲ ਨਹੀਂ ਜਾ ਸਕਦਾ, ਕਿਉਂਕਿ ਸਰੀਰ ਵੀ ਢਹਿ ਢੇਰੀ ਹੋ ਜਾਣਾ ਹੈ। ਸਰੀਰ ਦੀ ਵੀ ਅਵਸਥਾ ਬਣ ਜਾਂਦੀ ਹੈ। ਪਵਨੈ ਮੈਂ ਪਵਨ ਸਮਾਇਆ, ਜੋਤੀ ਮੈਂ ਜੋਤ ਰਲ ਜਾਇਆ, ਮਾਟੀ ਮਾਟੀ ਹੋਈ ਏਕ, ਰੋਵਨ ਹਾਰੇ ਕੀ ਕਵਨ ਢੇ। ਕਹਿੰਦੇ ਉੱਥੇ ਤਾਂ ਸਰੀਰ ਨਾਲ ਨਹੀਂ ਜਾਣਾ, ਫਿਰ ਇਹ ਕਿਵੇਂ ਨਾਲ ਜਾ ਸਕਦਾ ਹੈ? ਸਾਧ ਸੰਗਤ,
ਗੁਰੂ ਨਾਨਕ ਦੇਵ ਮਹਾਰਾਜ ਨੇ ਸੋਚਿਆ ਲੋਹਾ ਗਰਮ ਹੈ ਤੇ ਸੱਟ ਮਾਰ ਦਈਏ। ਪਾਤਸ਼ਾਹ ਕਹਿਣ ਲੱਗੇ ਦੁਨੀ ਚੰਦ ਤੂੰ ਇਹ ਠੱਗੀਆਂ ਕਰਦਾ ਹੈ, ਲੋਕਾਂ ਦਾ ਹੱਕ ਮਾਰਦਾ ਹੈ, ਇਹ ਕਿੱਥੇ ਨਾਲ ਲੈ ਕਰਕੇ ਜਾਏਗਾ। ਹੁਣ ਦੁਨੀ ਚੰਦ ਨੂੰ ਸਮਝ ਲੱਗ ਗਈ ਹੈ ਕਿ ਨਾਲ ਕੁਝ ਜਾਣ ਵਾਲਾ ਨਹੀਂ। ਬੰਦਾ ਜਦੋਂ ਸੰਸਾਰ ਤੋਂ ਜਾਂਦਾ ਹੈ ਨਾ ਫਿਰ ਖਾਲੀ ਹੱਥ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਨਾਂ ਇੱਕ ਬੜਾ ਪਿਆਰਾ ਕਵਿਤਾ ਆਪ ਜੀ ਨੂੰ ਸੁਣਾ ਦੇਵਾਂ। ਉਹ ਕਹਿੰਦੇ ਬੰਦਾ ਤਾਂ ਜ਼ਿੰਦਗੀ ਬੜੀ ਮਿਹਨਤ ਕਰਦਾ ਹੈ ਕਿ ਮੈਂ ਧਨ ਕਮਾ ਲਵਾਂ, ਪੈਸਾ ਕਮਾਵਾਂ, ਪਰ ਕਹਿੰਦੇ ਜਦੋਂ ਜਾਂਦਾ ਹੈ ਨਾ ਸੰਸਾਰ ਤੋਂ ਫਿਰ ਖਾਲੀ ਹੱਥ ਜਾਂਦਾ ਹੈ। ਕਿਵੇਂ ਜਾਂਦਾ ਹੈ? ਉਹਨਾਂ ਦੋ ਤਿੰਨ ਉਦਾਹਰਣਾਂ ਦਿੱਤੀਆਂ। ਕਹਿੰਦੇ ਮਧਮੱਖੀ ਜਿਹੜੀ ਹੈ ਨਾ ਉਹ ਬੜੀ ਮਿਹਨਤ ਕਰਕੇ ਆਪਣਾ ਛੱਤਾ ਬਣਾਉਂਦੀ ਹੈ, ਉਸ ਦੇ ਅੰਦਰ ਸ਼ਹਿਦ ਜੋੜਦੀ ਹੈ, ਦੂਰ ਦੂਰ ਜਾ ਕਰਕੇ ਫੁੱਲਾਂ ਤੇ ਬੈਠਦੀ ਹੈ ਤੇ ਫਿਰ ਵੱਡਾ ਛੱਤਾ ਤਿਆਰ ਕਰਦੀ ਹੈ, ਸ਼ਹਿਦ ਬਣਾਉਂਦੀ ਹੈ। ਪਰ ਹੁੰਦਾ ਕੀ ਹੈ, ਇੱਕ ਦਿਨ ਨਾ ਸ਼ਹਿਦ ਤੋੜਨ ਵਾਲਾ ਆਉਂਦਾ ਹੈ ਤੇ ਉਸ ਸ਼ਹਿਦ ਨੂੰ ਚੰਦ ਮਿੰਟਾਂ ਦੇ ਅੰਦਰ ਤੋੜ ਕੇ ਲੈ ਜਾਂਦਾ ਹੈ। ਮਧੂਮੱਖੀਆਂ ਦੀ ਜਿਹੜੀ ਸਾਲਾਂ ਬੱਧੀ ਮਿਹਨਤ ਹੈ ਨਾ ਉਹ ਚੰਦ ਮਿੰਟਾਂ ਦੇ ਅੰਦਰ ਖਤਮ ਕਰ ਦਿੰਦਾ ਹੈ। ਫਿਰ ਉਹ ਕਹਿੰਦੇ ਨੇ ਕਿ ਗਾਂ ਜਿਹੜੀ ਹੈ ਨਾ ਆਪਣੇ ਬੱਚੇ ਵਾਸਤੇ ਆਪਣੇ ਥਣਾ ਵਿੱਚ ਦੁੱਧ ਪੈਦਾ ਕਰਦੀ ਹੈ, ਪੱਠੇ ਖਾਂਦੀ ਹੈ, ਖੁਰਾਕ ਖਾਂਦੀ ਹੈ ਤੇ ਦੁੱਧ ਇਕੱਠਾ ਕਰਦੀ ਹੈ। ਪਰ ਹੁੰਦਾ ਕੀ ਹੈ, ਗੁਜ਼ਰ ਆਉਂਦਾ ਹੈ, ਬੱਚੇ ਨੂੰ ਵੱਖਰਾ ਕਰਦਾ ਹੈ ਤੇ ਦੁੱਧ ਜਿਹੜਾ ਹੈ ਨਾ ਆਪਣੀ ਬਾਲਟੀ ਦੇ ਅੰਦਰ ਚੋ ਕਰਕੇ ਲੈ ਜਾਂਦਾ ਹੈ। ਫਿਰ ਉਹ ਕਹਿੰਦੇ ਚੂਹਾ ਜਿਹੜਾ ਆਪਣੇ ਰਹਿਣ ਵਾਸਤੇ ਬਿਲ ਬਣਾਉਂਦਾ ਹੈ, ਧਰਤੀ ਖੋਦਦਾ ਹੈ, ਜ਼ਮੀਨ ਖੋਦਦਾ ਹੈ ਤੇ ਬਿਲ ਬਣਾਉਂਦਾ ਹੈ। ਪਰ ਹੁੰਦਾ ਕੀ ਹੈ, ਸੱਪ ਆਉਂਦਾ ਹੈ, ਨਾਲੇ ਚੂਹੇ ਨੂੰ ਖਾ ਜਾਂਦਾ ਹੈ, ਨਾਲੇ ਉਸ ਬਿਲ ਦੇ ਉੱਤੇ ਆਪਣਾ ਕਬਜ਼ਾ ਕਰ ਲੈਂਦਾ ਹੈ। ਕਿਉਂਕਿ ਚੂਹਾ ਜਿਹੜਾ ਹੈ ਨਾ ਆਪਣਾ ਘਰ ਕਦੇ ਨਹੀਂ ਬਣਾਉਂਦਾ, ਚੂਹੇ ਦਾ ਖੋਦਿਆ ਹੋਇਆ ਜਿਹੜਾ ਘਰ ਹੈ ਨਾ ਬਿਲ, ਉਸ ਦੇ ਅੰਦਰ ਹੀ ਉਹ ਰਹਿੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਬਿਲਕੁਲ ਐਦਾਂ ਹੀ ਮਨੁੱਖ ਤਾਂ ਜ਼ਿੰਦਗੀ ਮਿਹਨਤ ਕਰਦਾ ਹੈ, ਕਮਾਈ ਕਰਦਾ ਹੈ, ਠੱਗੀਆਂ ਕਰਦਾ ਹੈ, ਪਰਾਇਆ ਹੱਕ ਮਾਰਦਾ ਹੈ, ਪਰ ਜਦੋਂ ਸੰਸਾਰ ਤੋਂ ਜਾਂਦਾ ਹੈ ਨਾ ਫਿਰ ਖਾਲੀ ਹੱਥ ਚਲਾ ਜਾਂਦਾ ਹੈ, ਨਾਲ ਲੈ ਕੇ ਕੁਝ ਨਹੀਂ ਤੁਰਦਾ। ਉਹ ਕਹਿੰਦੇ ਜੈਸੇ ਮਧਮਾਖੀ ਸੀਂਚ ਸੀਂਚ ਕੇ ਇਕੱਤਰ ਕਰੇ, ਹਰੇ ਮਧु ਆਏ ताके मुख छार डार के, जैसे बच हेत गऊ संचत है खीर, ताहे लेत है अहीर दोहे बछरे बिडार के, जैसे दर खाद खोद बिल साजै मूसा, पैसत सरप थाई खाए थाई मार के। फिर कहते तैसे कोट पाप कर कर माया जोड़ मूड, अंत काल छाड़ चले दोनों कर झाड़ के। कहते पापी बंदा पाप करके माया जोड़दा है, पर जदों संसार तो जांदा है खाली हथ चला जांदा है। साध संगत इस लाहौर शहर दे अंदर दुनी चंद दा गुमान उतारिया सी गुरु नानक ने ते उस नूं जाग लगा दित्ती सी, और गुरु नानक दी सूई ने ना कम कर दिता। ख्याल करियो सूई दो कम करदी है। पहला कम, जे बंदा गहरी नींद दे अंदर सुता होवे उस नूं सूई चुभो दईए एकदम उठ जांदा है, ते दूसरा कम जे कपड़ा पट जावे ना ते सूई उस नूं जोड़ दिंदी है। गुरु नानक ने माया दे अंदर सुते होए दुनी चंद नूं जगाया ते जगा करके परमात्मा दे चरणां विच जोड़ दिता। साध संगत इस लाहौर शहर दे अंदर एक अस्थान सी चूना मंडी। चूना मंडी जिथे रतन लाला दे निक्के निक्के टुकड़ियां दा व्यापार हुंदा सी। चूना दा अर्थ ही रतन लाला दे निक्के निक्के टुकड़े है। इस चूना मंडी दे अंदर बाबा गुरदयाल सोढी वसेवा करदे सन। इन्हां दे घर परमात्मा ने दो पुत्रां दी दात बख्शी। छोटे पुत्र दा नाम सी ठाकुर दास, और बाबा ठाकुर दास दे घर सन 1500 अंदर एक पुत्र पैदा होया जिसदा नाम बाबा ठाकुर दास ने रखिया हरदास। हुण बाबा हरदास जेड़े ने ना वो केवल नाम दे हरिदास नहीं, असल दे अंदर ही हरि दे दास सी। क्योंकि कई वारी ना नाम तां साडा बड़ा सोहना हुंदा है, पर कर्म जेड़े ने ना उन्हां नामां दे नाल मेल नहीं जे खांदे। नाम दे बहुत वड्डे मायने हुंदे ने। जिवें असीं नाम किसी दा सुन लैंदे आ, रख दिंदे आ संतोख सिंह,
मैं केवल उदाहरण आप जी के सन्मुख रखनी है। पर नाम संतोख सिंह जरूर रखा लिया, पर अंदर भांबड़ मचदे पए ने माया दे। दूजियां दी माया, दूजियां दे पैसे लुटण वास्ते तैयार रहिंदा है। ते इस दा मतलब नाम दे नाल कर्म ने सुमेल नहीं जे खाधा। किसी दा नाम रखिया गया सेवक सिंह, पर कदे किसे लोड़वंद दी सेवा नहीं कीती। इस दा मतलब नाम दे नाल कर्म ने सुमेल मैल नहीं जे खाधा। इसी तरह नाम रख रहा त्रिलोचन सिंह। लोचन अर्थ अखां, त्रिलोचन जिस दियां 3 अखां होण, भाव के 2 अखां परमात्मा ने दित्तियां, एक अख जेड़ी गुरु ने खोल दित्ती अंदर दी ज्ञान दी अख, वो अख खुली ना होवे। ते इस दा मतलब यह होया कि नाम ने कर्म दे नाल कोई मेल नहीं जे खाधा। पर सतगुर कहंदे कि नाम दे बहुत वड्डे मायने ने। मैं एक बेनती करके अगे तुरांगा, क्योंकि नाम की गल चलती पई है। सतगुरां ने नाम रखे, और गुरु गोबिंद सिंह पातशाह महाराज ने 4 साहिबजादियां दे नाम रखे। आप सारियां नूं चेते होणगे, बाबा अजीत सिंह, बाबा जुझार सिंह, बाबा जोरावर सिंह ते बाबा फतेह सिंह। हुण ख्याल करियो, सब तो वड्डे ने बाबा अजीत सिंह। नाम तो ही पता लगदा है जेड़ा जित्तिया ना जा सके, जिसनों कोई हरा नहीं जे सकता। और जदों मैदाने जंग वास्ते जा रहे ने ना, तो गुरु गोबिंद सिंह पातशाह महाराज ने कहा, बेटा लड़न वास्ते तो जा रहे हैं, पर किते पिठ विखा करके ना आ जाई दुश्मन नूं। अल्लाह यार खां जोगी लिखदा है कि उस समय जेड़ा बाबा अजीत सिंह ने जवाब दिता, वो बड़े कमाल दा कहंदा, नाम का अजीत हूं जीता नहीं जाऊंगा, अगर जीता भी गया तो जीता नहीं आऊंगा। पिताजी तुसी ना रखिया अजीत सिंह, मैनू जितण वाला कोई पैदा नहीं होया। मैनू मार तां सकदे ने, मैनू जख्मी कर सकदे ने, पर मैनू जित नहीं सकदे, अपना गुलाम नहीं जे बना सकदे। गुरु गोबिंद सिंह दे वड्डे बेटे दा नाम अजीत सिंह। फिर जित कौन प्राप्त करदा मैदाने जंग दे अंदर? जेड़ा जुझार सिंह होवे, जेड़ा जूझना जानदा होवे। जित किहदी होवेगी? जेड़ा मैदाने जंग दे अंदर जा करके जूझ सके, कोई जित प्राप्त कर सकदा है ना। जेड़ा मैदाने जंग तो डरदा रहे, वो उसदी कदे जित नहीं जे हो सकदी। जित दा ओ है जेड़ा जूझना जानदा होवे। दूजे साहिबजादे दा नाम बाबा जुझार सिंह, तीजे दा नाम बाबा जोरावर सिंह। हुण मैदाने जंग दे अंदर कौन जूझ सकदा है? जेड़ा कायर होवे ना, वो नहीं जूझ सकदा। जिस दे अंदर जोर होवे, जोरावर होवे, जिस दे अंदर आत्मक बल होवे ते शरीरिक बल भी होवे, वो जूझ सकदा है। जेड़ा आखदा होवे देह शिवावर मोह यह, शुभ कर्मन ते कबहू न टरूं, न डरूं अरसों जब जाए लरूं, निश्चय कर अपनी जीत करूं। जब आव की ओद निहन बने, अत हीरण में तब जूझ मरूं। जेड़ा आखदा होवे कि सच्चे पातशाह तेरी बाणी दा बल मेरे अंदर है, ते ओही जा करके मैदाने जंग दे अंदर जूझ सकदा है। और जेड़ा जोरावर होएगा ना, फिर उसकी फतेह जेड़ी है ना, वो पक्की है। इस करके चौथे साहिबजादे का नाम रखिया बाबा फतेह सिंह। साध संगत नाम दे बड़े मायने हुंदे ने। बाबा ठाकुर दास ने अपने पुत्र का नाम रखिया हरदास। और केवल नाम दे हरिदास नहीं सी, असल दे अंदर ही हरि दे दास सी। इन्हां दी शादी माता दया कौर जी दे नाल हुई है। और दोवें ये जोड़ा जेड़ा है ना, रब दे चरणां विच इक्को अरदास करदा सी, हे सच्चे पातशाह, हे परमात्मा साडे घर विच ऐसे पुत्र दी दात बख्शी जेड़ा साडी कुल नूं रोशन कर सके। परमात्मा ने अरजोई सुनी है। शादी तो पूरे 12 सालां बाद इन्हां दे घर सितंबर 1534 नूं धन धन श्री गुरु रामदास पातशाह महाराज का प्रकाश होया है। साध संगत मापिया ने ना रखिया जेठा। जेठ का अर्थ हुंदा वड्डा। गुरु ग्रंथ साहिब महाराज जी के मुताबिक ना एक महीना है जेठ का महीना। हर जेठ जुड़न का लोड़ी है।
जिस अग्गै सब निवन। वैसे ना इस्त्री ਜਿਹੜੀ ਹੈ ਆਪਣੇ ਪਤੀ ਦੇ ਵੱਡੇ ਭਰਾ ਨੂੰ ਵੀ ਜੇਠ ਆਖਦੀ ਹੈ। ਕਬੀਰ ਸਾਹਿਬ ਨੇ ਜਦੋਂ ਇਹਨਾਂ ਰਿਸ਼ਤਿਆਂ ਦੀ ਗੱਲ ਕੀਤੀ, ਭਾਵੇਂ ਉਹ ਭਾਵ ਅਰਥ ਹੋਰ ਨੇ, ਪਰ ਰਿਸ਼ਤਿਆਂ ਦੇ ਨਾਲ ਸਾਨੂੰ ਸਮਝਾਣਾ ਕੀਤਾ। ਉਸ ਵਿੱਚ ਜੇਠ ਸ਼ਬਦ ਵਰਤਿਆ। ਉਹ ਕਹਿੰਦੇ ਨੇ, ਸਾਸ ਕੀ ਦੁਖੀ ਸਸੁਰ ਕੀ ਪਿਆਰੀ, ਜੇਠ ਕੇ ਨਾਮ ਡਰੋ ਰੇ, ਸਖੀ ਸਹੇਲੀ ਨਨਦ ਗਹੇਲੀ, ਦੇਵਰ ਕੈ ਬ੍ਰਹ ਜਰੂਰੇ। ਜੇਠ ਦਾ ਅਰਥ ਹੁੰਦਾ ਵੱਡਾ, ਸਾਧ ਸੰਗਤ। ਜਦੋਂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਲਾਹੌਰ ਸ਼ਹਿਰ ਦੇ ਅੰਦਰ ਬੜੀਆਂ ਖੁਸ਼ੀਆਂ ਮਨਾਈਆਂ ਗਈਆਂ। ਔਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਤੋਂ ਬਾਅਦ ਗੁਰੂ ਅਮਰਦਾਸ ਮਹਾਰਾਜ ਨੇ ਉੱਥੇ ਬਚਨ ਉਚਾਰਨ ਕੀਤਾ ਲਾਹੌਰ ਸ਼ਹਿਰ ਵਾਸਤੇ, ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਿ ਹੁਣ ਲਾਹੌਰ ਸ਼ਹਿਰ ਜਿਹੜਾ ਹੈ ਨਾ, ਇਹ ਅੰਮ੍ਰਿਤ ਦਾ ਸੋਮਾ ਮਲ ਬਣ ਗਿਆ, ਕਿਉਂਕਿ ਇੱਥੇ ਪਹਿਲਾਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਆਏ ਔਰ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਦਿੱਤਾ। ਗੁਰੂ ਨਾਨਕ ਤੋਂ ਪਹਿਲਾਂ ਇਹ ਸ਼ਹਿਰ ਕੀ ਸੀ? ਲਾਹੌਰ ਸ਼ਹਿਰ ਜ਼ਹਿਰ ਕਹਿਰ ਸਭਾ ਪਹਿਰ, ਕਿ ਲਾਹੌਰ ਸ਼ਹਿਰ ਦੇ ਅੰਦਰ ਕਹਿਰ ਹੁੰਦਾ ਪਿਆ ਸੀ। ਲੋਕ ਭੋਗ ਬਿਲਾਸ ਦੇ ਅੰਦਰ ਮਸਤ ਸੀ, ਵਿਕਾਰਾਂ ਦੇ ਅੰਦਰ ਮਸਤ ਸੀ। ਪਰ ਗੁਰੂ ਨਾਨਕ ਨੇ ਕਿਰਪਾ ਕਰਕੇ ਲੋਕਾਂ ਨੂੰ ਨਾਮ ਦੇ ਨਾਲ ਜੋੜ ਦਿੱਤਾ। ਦੁਨੀ ਚੰਦ ਦੀ ਹਵੇਲੀ ਜਿਹੜੀ ਹੈ ਨਾ, ਉਹ ਗੁਰੂ ਨਾਨਕ ਦੀ ਧਰਮਸ਼ਾਲਾ ਬਣ ਗਈ, ਗੁਰਦੁਆਰਾ ਬਣ ਗਿਆ। ਇਸ ਕਰਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਗੁਰੂ ਨਾਨਕ ਦੇ ਚਰਨ ਉੱਥੇ ਪਏ ਤੇ ਫਿਰ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ ਵੀ ਉੱਥੇ ਹੋ ਗਿਆ। ਇਸ ਕਰਕੇ ਹੁਣ ਲਾਹੌਰ ਸ਼ਹਿਰ ਜਿਹੜਾ ਨਾ, ਇਹ ਪਰਮਾਤਮਾ ਦੀ ਸਿਫਤ ਸਲਾਹ ਦਾ ਸੋਮਾ ਬਣ ਗਿਆ। ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਇੱਥੇ ਸਿਫਤ ਹੁੰਦੀ ਹੈ ਪਰਮਾਤਮਾ ਦੀ। ਸਾਧ ਸੰਗਤ, ਜਿੱਥੇ ਗੁਰੂ ਦੇ ਚਰਨ ਪੈ ਜਾਣ ਨਾ, ਜਿੱਥੇ ਗੁਰੂ ਪ੍ਰਕਾਸ਼ ਧਾਰਨ ਕਰ ਲਏ, ਉਹ ਥਾਂ ਆਪਣੇ ਆਪ ਭਾਗਾਂ ਵਾਲੀ ਬਣ ਜਾਂਦੀ ਹੈ। ਸਤਿਗੁਰੂ ਦਾ ਬਚਨ ਹੈ, ਕਹਿੰਦੇ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਜਿੱਥੇ ਗੁਰੂ ਦੇ ਚਰਨ ਪੈ ਗਏ ਨਾ, ਉਥਾਂ ਹਰਿਆਵਲੀ ਹੋ ਜਾਂਦੀ ਹੈ। ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਣ ਜਣਿਆ ਮਾਏ। ਕਹਿੰਦੇ ਉਹ ਪਿਤਾ ਧੰਨ, ਉਹ ਮਾਤਾ ਧੰਨ, ਉਹ ਕੁਲ ਧੰਨ। ਸੋਢੀ ਕੁਲ ਵੀ ਧੰਨ ਹੋ ਗਈ। ਕੋਈ ਨਹੀਂ ਸੀ ਜਾਣਦਾ ਸੋਢੀ ਕੁਲ ਨੂੰ, ਪਰ ਅੱਜ ਸਾਰੀ ਦੁਨੀਆ ਜਾਣਦੀ ਹੈ ਕਿ ਸਿਰ ਸੋਢੀ ਕੁਲ ਦੇ ਬਾਦਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ। ਕਹਿੰਦੇ ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਸੇ ਜੰਤ ਭਏ ਹਰਿਆਵਲੇ, ਜਿਨੇ ਮੇਰਾ ਸਤਿਗੁਰ ਦੇਖਿਆ ਜਾਏ। ਧੰਨ ਧੰਨ ਪਿਤਾ ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ, ਜਿਨ ਗੁਰੂ ਜਣਿਆ ਮਾਏ। ਧੰਨ ਧੰਨ ਗੁਰ, ਜਿਨ ਨਾਮ ਅਰਧਿਆ। ਕਹਿੰਦੇ ਆਪ ਤਰਿਆ, ਜਿਨ ਡਿਠਾ ਤਿਨਾ ਲਏ ਛਡਾਏ। ਹਰ ਮੇਲੋ ਸਤਿਗੁਰ ਦਇਆ ਕਰ। ਕਹਿੰਦੇ ਹੇ ਪ੍ਰਮਾਤਮਾ ਤੂੰ ਕਿਰਪਾ ਕਰ, ਗੁਰੂ ਦਾ ਮਿਲਾਪ ਮੇਰੀ ਜ਼ਿੰਦਗੀ ਦੇ ਅੰਦਰ ਕਰਾ। ਸਾਧ ਸੰਗਤ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਖਾਸਨ ਕਰਦੇ ਹਾਂ ਨਾ, ਤਾਂ ਸਿੰਘਾਸਨ ਤੋਂ ਜਦੋਂ ਸੁਖਾਸਨ ਵੱਲ ਲੈ ਕਰਕੇ ਜਾਂਦੇ ਹਾਂ, ਇੱਕ ਸ਼ਬਦ ਪੜ੍ਹਦੇ ਹਾਂ। ਆਸਾ ਕੀ ਵਾਰ ਦੇ ਨਾਲ ਜਿਹੜੇ ਛੰਤ ਪੜ੍ਹੇ ਜਾਂਦੇ ਨੇ ਨਾ ਗੁਰੂ ਰਾਮਦਾਸ ਮਹਾਰਾਜ ਜੀ ਦੇ, ਉਹਨਾਂ ਵਿੱਚੋਂ ਇਹ 17ਵਾਂ ਛੰਤ ਹੈ। ਆਪ ਸਾਰਿਆਂ ਨੂੰ ਯਾਦ ਹੋਵੇਗਾ, ਅਰਥ ਮੈਂ ਆਪ ਜੀ ਦੇ ਸਨਮੁਖ ਕਰ ਦੇਣਾ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਕਿ ਜਿੱਥੇ ਮੇਰਾ ਗੁਰੂ ਬੈਠ ਜਾਂਦਾ ਹੈ ਨਾ, ਉਹ ਗੁਰੂ ਥਾਂ ਜਿਹੜਾ ਨਾ ਸੁਹਾਵਨਾ ਬਣ ਜਾਂਦਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਦਾ ਲਾਹੌਰ ਸ਼ਹਿਰ ਦੇ ਅੰਦਰ ਪ੍ਰਕਾਸ਼ ਹੋ ਗਿਆ। ਗੁਰੂ ਅਮਰਦਾਸ ਮਹਾਰਾਜ ਨੇ ਕਹਿ ਦਿੱਤਾ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਕਹਿੰਦੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ। ਗੁਰ ਸਿੱਖਾਂ ਨੇ ਉਹ ਥਾਨ ਲੱਭ ਲਏ ਜਿੱਥੇ ਗੁਰੂ ਬੈਠਦਾ ਹੈ, ਜਿੱਥੇ ਪ੍ਰਕਾਸ਼ ਧਾਰਨ ਕਰਦਾ ਹੈ। ਫਿਰ ਉਹਨਾਂ ਦੇ ਚਰਨ ਧੂੜ ਨੂੰ ਆਪਣੇ ਮਸਤਕ ਤੇ ਲਾਉਂਦੇ ਨੇ। ਗੁਰ ਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ।
ਗੁਰ ਸਿੱਖਾਂ ਕੀ ਘਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾਂ। ਕਈ ਵਾਰੀ ਨਾ ਅਸੀਂ ਭੁਲੇਖੇ ਵਿੱਚ ਪਾਠ ਕਰ ਜਾਂਦੇ ਜਨ ਨਾਨਕ ਪੂਜਿਆ। ਜਨ ਨਾਨਕ ਨਹੀਂ, ਜਿਨ ਨਾਨਕ। ਕਹਿੰਦੇ ਹੇ ਗੁਰੂ ਨਾਨਕ, ਜਿਨ੍ਹਾਂ ਨੇ ਸਤਿਗੁਰੂ ਨੂੰ ਪੂਜਿਆ, ਜਿਨ੍ਹਾਂ ਨੇ ਸਤਿਗੁਰੂ ਦਾ ਸਤਿਕਾਰ ਕੀਤਾ, ਉਹਨਾਂ ਦਾ ਸਤਿਕਾਰ ਜਿਹੜਾ ਹੈ ਨਾ ਆਪਣੇ ਆਪ ਵੱਧਦਾ ਚਲਾ ਜਾਂਦਾ ਹੈ। ਸਾਧ ਸੰਗਤ, ਜਦੋਂ ਲਾਹੌਰ ਸ਼ਹਿਰ ਦੇ ਅੰਦਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਨਾ, ਚਹੁੰ ਪਾਸੇ ਰੌਣਕਾਂ ਲੱਗ ਗਈਆਂ। ਖੁਸ਼ੀਆਂ ਹੀ ਖੁਸ਼ੀਆਂ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਨੇ। ਕਿਵੇਂ ਦਿੰਦੇ ਹਨ? ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਇੱਕ ਬਚਨ ਹੈ। ਪਾਤਸ਼ਾਹ ਕਹਿੰਦੇ, ਜਦੋਂ ਹਿਰਦੇ ਦੇ ਅੰਦਰ ਨਾਮ ਟਿਕ ਜਾਏ ਨਾ, ਫਿਰ ਬੰਦਾ ਖੁਸ਼ ਹੁੰਦਾ ਹੈ, ਚੜ੍ਹਦੀ ਕਲਾ ਹੁੰਦੀ ਹੈ, ਚਹੁੰ ਪਾਸੇ ਆਨੰਦ ਹੀ ਆਨੰਦ ਹੁੰਦਾ ਹੈ। ਦੁੱਖ ਜਿਹੜੇ ਨੇ ਨਾ ਉਹਨਾਂ ਦਾ ਨਾਸ਼ ਹੋ ਜਾਂਦਾ ਹੈ, ਫਿਰ ਸੁਖੀ ਸੁਖ ਨੇ, ਫਿਰ ਦੁੱਖ ਬੰਦੇ ਨੂੰ ਨਹੀਂ ਵਿਆਪਦੇ। ਕਹਿੰਦੇ ਇਵੇਂ ਹੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਹੋਇਆ ਲਾਹੌਰ ਸ਼ਹਿਰ ਦੇ ਅੰਦਰ। ਮਾਨੋ ਲਾਹੌਰ ਦੇ ਨਿਵਾਸੀ ਕਿਵੇਂ ਆਨੰਦ ਮਾਣਦੇ ਪਏ ਨੇ, ਕੀ ਗਾਉਂਦੇ ਪਏ ਨੇ। ਕਹਿੰਦੇ ਧੰਨ ਧੰਨ ਹਮਾਰੇ ਭਾਗ, ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ। ਹਰ ਹਰਾ ਸੁਆਮੀ ਸੁਖੈ ਗਾਮੀ, ਆਨੰਦ ਮੰਗਲ ਰਸ ਘਣਾ। ਨਵਲ ਨਵਤਨ ਨਾਹਾ ਬਾਲਾ, ਮਿਲੇ ਕਵਨ ਰਸਨਾ ਗੁਣ ਭਣਾ। ਮੇਰੀ ਸੇਜ ਸੋਹੀ ਦੇਖ ਮੋਹੀ, ਸਗਲ ਸੈਸਾ ਦੁਖ ਹਰਾ। ਨਾਨਕ ਭਇੰ ਪੈ ਮੇਰੀ ਆਸ ਪੂਰੀ, ਮਿਲੇ ਸੁਆਮੀ ਅਪਰੰਪਰਾ। ਕਹਿੰਦੇ ਸਾਡੀ ਆਸ ਜਿਹੜੀ ਆ ਨਾ ਉਹ ਪੂਰੀ ਹੋ ਗਈ, ਕਿਉਂਕਿ ਸਾਡੇ ਹਿਰਦੇ ਦੇ ਅੰਦਰ ਪ੍ਰਮਾਤਮਾ ਦਾ ਨਾਮ ਵਸ ਗਿਆ। ਸਾਧ ਸੰਗਤ, ਬਾਬਾ ਹਰਦਾਸ ਤੇ ਮਾਤਾ ਦਇਆ ਕੌਰ ਆਪਣੇ ਪੁੱਤਰ ਨੂੰ ਬੜਾ ਲਾਡ ਲਡਾਉਂਦੇ ਨੇ। ਜਦੋਂ ਤੋਤਲੀ ਜ਼ਬਾਨ ਦੇ ਅੰਦਰ ਬੋਲਦੇ ਨੇ ਨਾ, ਬੜੇ ਪਿਆਰੇ ਲੱਗਦੇ ਨੇ। ਭੱਟਾ ਨੇ ਇੱਕ ਇਸ਼ਾਰਾ ਹੋਰ ਕੀਤਾ, ਕਿਉਂਕਿ ਆਪ ਜੀ ਦੇ ਗਿਆਤ ਵਾਸਤੇ ਅਰਜ਼ ਕਰਦੇ ਮਾਂ, ਗੁਰੂ ਸਾਹਿਬ ਦੀ ਉਸਤਤ ਦੇ ਅੰਦਰ ਦੋ ਹੀ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ। ਇੱਕ ਰਾਮਕਲੀ ਰਾਗ ਵਿੱਚ ਭਾਈ ਸੱਤਾ ਤੇ ਬਲਵੰਡ ਜੀ ਦੀ ਵਾਰ ਹੈ, ਤੇ ਦੂਜਾ ਭੱਟਾਂ ਦੇ ਸਵਈਏ ਨੇ। ਔਰ ਆਪ ਜੀ ਨੂੰ ਗਿਆਤ ਹੋਵੇ, ਭੱਟਾਂ ਦੇ ਜਿਹੜੇ ਕੁੱਲ ਸਵਈਏ ਨੇ 123 ਉਹਨਾਂ ਦੀ ਗਿਣਤੀ ਹੈ। ਪੰਜ ਗੁਰੂ ਸਾਹਿਬਾਨਾਂ ਦੀ ਉਸਤਤ ਵਿੱਚ ਨੇ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਤੋਂ ਲੈ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੱਕ ਕੁੱਲ ਗਿਣਤੀ ਜਿਹੜੀ ਸਵਈਆਂ ਦੀ ਉਹ 123 ਹੈ। ਔਰ 123 ਸਵਈਆਂ ਵਿੱਚੋਂ 60 ਸਵਈਏ ਜਿਹੜੇ ਨੇ ਨਿਰੋਲ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਸਤਤ ਵਿੱਚ ਨੇ। ਭੱਟ ਸਾਹਿਬ ਕਹਿੰਦੇ ਨੇ, ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਤ ਤਤ ਸਮਤ ਸਰੇ। ਕਵ ਕਲ ਠਕੁਰ ਹਰਦਾਸ ਬਨੇ, ਗੁਰ ਰਾਮਦਾਸ ਸਰ ਅਬਰ ਭਰੇ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੁਸੀਂ ਬਚਪਨ ਤੋਂ ਹੀ ਪ੍ਰਮਾਤਮਾ ਦੇ ਨਾਮ ਦੇ ਰਸੀਏ ਸਨ। ਕਹਿੰਦੇ ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਸੀਂ ਪਰਮਾਤਮਾ ਦੇ ਗੁਣਾਂ ਦੇ ਗਾਹਕ ਸੀ। ਬਚਪਨ ਤੋਂ ਹੀ ਤੁਸੀਂ ਚਹੁੰ ਪਾਸੇ ਪਰਮਾਤਮਾ ਨੂੰ ਤੱਕਣ ਵਾਲੇ ਸੀ। ਹਰ ਨਾਮ ਰਸਕ ਗੋਬਿੰਦ ਗੁਣ ਗਾਹਕ, ਚਾਹਤ ਤਤ ਸਮਤ ਸਰੇ। ਕਵਕਲ ਠਕੁਰ ਹਰਦਾਸ ਤਨੇ। ਤਨੇ ਦਾ ਅਰਥ ਹੁੰਦਾ ਪੁੱਤਰ। ਔਰ ਬਹੁਤ ਵਾਰੀ ਇਹ ਸ਼ਬਦ ਭੱਟਾਂ ਨੇ ਵਰਤਿਆ ਹੈ। ਹੇ ਬਾਬਾ ਹਰਦਾਸ ਦੇ ਪੁੱਤਰ ਗੁਰੂ ਰਾਮਦਾਸ ਮਹਾਰਾਜ, ਕਹਿੰਦੇ ਸਰ ਅਭਰ ਭਰੇ, ਤੁਸੀਂ ਖਾਲੀ ਸਰੋਵਰਾਂ ਨੂੰ ਭਰਨ ਵਾਲੇ ਹੋ। ਜਿਨ੍ਹਾਂ ਦੇ ਹਿਰਦੇ ਖਾਲੀ ਹੋ ਗਏ ਨਾ ਨਾਮ ਤੋਂ, ਉਹਨਾਂ ਨੂੰ ਭਰਨ ਵਾਲੇ ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਤੁਸੀਂ ਹੋ। ਸਾਧ ਸੰਗਤ, ਮਾਤਾ ਦਇਆ ਕੌਰ ਕਿਵੇਂ ਲਾਡ ਲਡਾਉਂਦੇ ਨੇ ਆਪਣੇ ਪੁੱਤਰ ਨੂੰ। ਭੱਟਾਂ ਨੇ ਸਾਡੇ ਸਨਮੁਖ ਉਹ ਗੱਲ ਰੱਖੀ ਹੈ। ਕਹਿੰਦੇ ਜਿਵੇਂ ਮਾਤਾ ਜਸੋਦਾ ਕ੍ਰਿਸ਼ਨ ਜੀ ਨੂੰ ਲਾਡ ਲਡਾਉਂਦੇ ਨੇ ਨਾ, ਉਹਨਾਂ ਨੂੰ ਇੱਕ ਉਦਾਹਰਣਾ ਦਿੱਤੀ ਹੈ। ਕਹਿੰਦੇ ਇਵੇਂ ਲਾਡ ਲਡਾਉਂਦੇ ਨੇ ਮਾਤਾ ਦਇਆ ਕੌਰ ਜੀ ਆਪਣੇ ਪੁੱਤਰ ਨੂੰ। ਉਹਨਾਂ ਦਾ ਬਚਨ ਆਪ ਜੀ ਨੂੰ ਚੇਤੇ ਹੋਵੇਗਾ, ਵਾਹਿਗੁਰੂ 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 ਵਾਹਿ ਜੀਓ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਮੈਂ ਤੁਹਾਡੇ ਤੋਂ ਸਦਕੇ ਜਾਂਦਾ, ਤੁਸੀਂ ਅਚਰਜ ਹੋ। ਤੁਹਾਨੂੰ ਮੂੰਹ ਵਿੱਚੋਂ ਵਾਹ ਵਾਹ ਨਿਕਲਦੀ ਹੈ। ਵਾਹਿਗੁਰੂ 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 ਵਾਹਿ ਜੀਓ। ਕਮਲ ਨੈਣ ਮਧੁਰ ਬੈਨ ਕੋਟ ਸੈਨ ਸੰਗ ਸੋਭ।
ਕਹਿੰਦੇ ਤੁਹਾਡੀਆਂ ਜਿਹੜੀਆਂ ਅੱਖਾਂ ਨੇ ਨਾ ਉਹ ਕਮਲ ਦੇ ਫੁੱਲ ਵਰਗੀਆਂ ਸੁੰਦਰ ਨੇ, ਵੱਡੀਆਂ ਨੇ। ਮధుਰ ਬੈਨ, ਤੁਹਾਡੇ ਜਿਹੜੇ ਬਚਨ ਨੇ, ਬੈਨ ਦਾ ਅਰਥ ਹੁੰਦਾ ਬਚਨ, ਬੋਲ, ਤੁਹਾਡੇ ਜਿਹੜੇ ਬਚਨ ਨੇ ਨਾ ਬੜੇ ਮਿੱਠੇ ਨੇ। ਕੋਟ ਸੈਨ ਸੰਗ ਸੋਭ, ਤੁਹਾਡੇ ਨਾਲ ਖੜੇ ਹੋ ਕਰਕੇ ਕਰੋੜਾਂ ਜੀਵ ਜਿਹੜੇ ਨੇ ਉਹ ਸੋਵਦੇ ਪਏ ਨੇ। ਹੇ ਗੁਰੂ ਰਾਮਦਾਸ, ਜਿਹੜਾ ਤੁਹਾਡੀ ਸ਼ਰਨ ਦੇ ਅੰਦਰ ਆ ਗਿਆ ਨਾ ਉਹ ਸੋਭਨੀਕ ਬਣ ਗਿਆ। ਵਾਹਿਗੁਰੂ 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 ਵਾਹਿ ਜੀਓ। ਕਮਲ ਨੈਣ ਮధుਰ ਬੈਨ ਕੋਟ ਸੈਨ ਸੰਗ ਸੋਭ, ਕਹਿਤ ਮਾਂ ਜਸੋਦ ਜਿਸੈ ਦਹੀਂ ਭਾਤ ਖਾਏ ਜੀਓ। ਜਿਸ ਨੂੰ ਮਾਂ ਜਸੋਦਾ ਕਹਿੰਦੀ ਹੈ ਨਾ, ਆ ਮੇਰੇ ਲਾਲ, ਆ ਮੇਰੇ ਪੁੱਤਰ, ਮੇਰੇ ਕੋਲ ਬੈਠ ਕਰਕੇ ਤੂੰ ਦਹੀਂ ਤੇ ਚੌਲ ਖਾ। ਹੇ ਗੁਰੂ ਰਾਮਦਾਸ ਮਹਾਰਾਜ, ਮਾਤਾ ਦਇਆ ਕੌਰ ਤੁਹਾਨੂੰ ਇਵੇਂ ਲਾੜ ਲਡਾਉਂਦੀ ਹੈ। ਦੇਖ ਰੂਪ ਅਤ ਅਨੂਪ, ਮੋਹ ਮਾਹ ਮਗ ਭਈ। ਮਾਤਾ ਦਇਆ ਕੌਰ ਆਪਣੇ ਪੁੱਤਰ ਦੇ ਚਿਹਰੇ ਨੂੰ ਤੱਕ ਕਰਕੇ ਨਾ ਵਾਰਣੇ ਜਾਂਦੀ ਹੈ, ਕੁਰਬਾਨ ਜਾਂਦੀ ਹੈ। ਦੇਖ ਰੂਪ ਅਤ ਅਨੂਪ, ਮੋਹ ਮਾਹ ਮਗ ਭਈ। ਕਿੰਕਨੀ ਸ਼ਬਦ ਝਨਤਕਾਰ ਖੇਲ ਪਾਹੇ ਜੀਓ। ਜਦੋਂ ਗੁਰੂ ਰਾਮਦਾਸ ਨਿੱਕੀ ਉਮਰ ਦੇ ਅੰਦਰ ਖੇਡਦੇ ਨੇ ਨਾ, ਉਹਨਾਂ ਦੀ ਤੜਾਗੀ ਦੇ ਘੁੰਗਰੂ ਵੱਜਦੇ ਨੇ ਤੇ ਉਹ ਬੜੇ ਸੁੰਦਰ ਲੱਗਦੇ ਨੇ। ਫਿਰ ਉਹਨਾਂ ਅੱਗੇ ਲਿਖਿਆ, ਕਹਿੰਦੇ ਕਾਲ ਕਲਮ ਹੁਕਮ ਹਾਥ, ਕਾਹੋ ਕੋਨ ਮੇਟ ਸਕੈ। ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਕਾਲ ਦੀ ਕਲਮ ਜਿਹੜੀ ਹੈ ਨਾ ਉਹ ਤੁਹਾਡੇ ਹੱਥ ਵਿੱਚ ਹੈ। ਸਮਾਂ ਜਿਹੜਾ ਹੈ ਨਾ ਉਹ ਤੁਹਾਡੇ ਹੱਥ ਵਿੱਚ ਹੈ ਤੇ ਤੁਹਾਡੇ ਹੁਕਮ ਨੂੰ ਕੋਈ ਮੇਟਣ ਵਾਲਾ ਨਹੀਂ। ਕਾਲ ਕਲਮ ਹੁਕਮ ਹਾਥ, ਕਾਹੋ ਕੋਨ ਮੇਟ ਸਕੈ। ਈਸ ਬੰਮ ਗਿਆਨ ਧਿਆਨ ਤਰਤ ਹੀ ਹੈ ਚਾਹੇ ਜੀਓ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੋਹੀ। ਵਾਹਿਗੁਰੂ 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 ਵਾਹਿ ਜੀਓ। ਹੇ ਗੁਰੂ ਰਾਮਦਾਸ ਮਹਾਰਾਜ, ਤੁਸੀਂ ਸਦੀ ਵੀ ਸਤ ਰਹਿਣ ਵਾਲੇ ਹੋ, ਕਿਉਂਕਿ ਤੁਸੀਂ ਸਦੀ ਵੀ ਸਤ ਪਰਮਾਤਮਾ ਦੇ ਨਾਲ ਜੁੜੇ ਹੋਏ ਹੋ। ਤੁਹਾਡੀ ਸ਼ੋਭਾ ਜਿਹੜੀ ਹੈ ਨਾ ਉਹ ਜੁਗੋ ਜੁਗ ਅਟਲ ਹੈ। ਫਿਰ ਉਹ ਅੱਗੇ ਲਿਖਦੇ ਨੇ, ਕਹਿੰਦੇ ਰਾਮ ਨਾਮ ਪਰਮ ਧਾਮ, ਸੁਧ ਬੁੱਧ ਨਿਰੀਕ ਬਕਾਰ। ਬੇਸ਼ੁਮਾਰ ਸਰਬਰ ਕੋ ਕਾਹੇ ਜੀਓ। ਹੇ ਗੁਰੂ ਰਾਮਦਾਸ ਮਹਾਰਾਜ, ਤੇਰਾ ਨਾਮ ਹੀ ਮੇਰੇ ਵਾਸਤੇ ਰਾਮ ਹੈ, ਤੇਰਾ ਨਾਮ ਹੀ ਮੇਰੇ ਵਾਸਤੇ ਪਰਮ ਧਾਮ ਹੈ। ਤੁਹਾਡੀ ਵਡਿਆਈ ਦਾ ਕੋਈ ਹਿਸਾਬ ਨਹੀਂ, ਕਿਉਂਕਿ ਤੁਹਾਡੀ ਵਡਿਆਈ ਜਿਹੜੀ ਹੈ ਨਾ ਉਹ ਬੇਸ਼ੁਮਾਰ ਹੈ। ਬੇਸ਼ੁਮਾਰ ਦਾ ਅਰਥ ਹੁੰਦਾ ਜਿਹਦਾ ਕੋਈ ਹਿਸਾਬ ਕਿਤਾਬ ਨਾ ਹੋਵੇ। ਸੁਥਰ ਚਿੱਤ, ਹੇ ਗੁਰੂ ਰਾਮਦਾਸ, ਤੁਹਾਡਾ ਹਿਰਦਾ ਜਿਹੜਾ ਪਵਿੱਤਰ ਹੈ। ਭਗਤ ਹਿਤ ਭੇਖ ਧਰਿਓ, ਹਰਨਾਖ ਸਰਿਓ ਨਖ ਵਿਧਾਰ। ਤੁਸੀਂ ਮੇਰੇ ਵਾਸਤੇ ਉਹੀ ਹੋ ਜਿਸ ਨੇ ਨਰਸਿੰਘ ਰੂਪ ਧਾਰ ਕੇ ਹਰਨਾਖਸ ਦਾ ਅੰਤ ਕੀਤਾ ਸੀ। ਫਿਰ ਕਹਿੰਦੇ ਸ਼ੰਖ ਚੱਕਰ ਗਦਾ ਪਦਮ, ਆਪ ਆਪ ਕੀਓ ਛਦਮ। ਹੇ ਗੁਰੂ ਰਾਮਦਾਸ, ਮੇਰੇ ਵਾਸਤੇ ਤੁਸੀਂ ਹੋ ਜਿਨ੍ਹਾਂ ਦੇ ਹੱਥ ਵਿੱਚ ਸ਼ੰਖ ਹੈ, ਚੱਕਰ ਹੈ, ਗਦਾ ਹੈ, ਜਿਸ ਦੇ ਹੱਥ ਵਿੱਚ ਪਦਮ ਹੈ। ਮੇਰੇ ਵਾਸਤੇ ਹੋਰ ਕੋਈ ਨਹੀਂ। ਹੇ ਗੁਰੂ ਰਾਮਦਾਸ, ਤੁਸੀਂ ਹੋ। ਸੰਖ ਚੱਕਰ ਗਦਾ ਪਦਮ, ਆਪ ਆਪ ਕੀਓ ਛਦਮ। ਅਪਰੰਪਰ ਪਾਰ ਬ੍ਰਹਮ, ਜਾਣੈ ਕੌਣ ਤੇਰੀ ਗਤ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੋਹੀ। ਵਾਹਿਗੁਰੂ ਵਾਹਿਗੁਰੂ ਵਾਹਿ ਜੀਓ। ਕਹਿੰਦੇ ਹੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ, ਤੁਹਾਡੀ ਸ਼ੋਭਾ ਤੋਂ ਮੈਂ ਸਦਕੇ ਜਾਂਦਾ, ਵਾਰਣੇ ਜਾਂਦਾ, ਤੁਸੀਂ ਸਦੀ ਵੀ ਰਹਿਣ ਵਾਲੇ ਹੋ। ਮਾਤਾ ਦਇਆ ਕੌਰ, ਪਿਤਾ ਹਰਦਾਸ ਆਪਣੇ ਪੁੱਤਰ ਨੂੰ ਬੜਾ ਲਾਡ ਲਡਾਉਂਦੇ ਨੇ, ਪਰ ਗੁਰੂ ਪਿਆਰਿਓ, ਇਹ ਲਾਡ ਜਿਹੜੇ ਨੇ ਬਹੁਤੇ ਚਿਰ ਤੱਕ ਨਹੀਂ ਜੇ ਲੜਾਏ ਗਏ। ਆਪ ਜੀ ਨੂੰ ਪਤਾ ਹੋਵੇ 7 ਸਾਲ ਦੀ ਉਮਰ ਪੂਰੀ ਨਹੀਂ ਸੀ ਹੋਈ ਕਿ ਪਹਿਲਾਂ ਗੁਰੂ ਰਾਮਦਾਸ ਮਹਾਰਾਜ ਜੀ ਦੇ ਮਾਤਾ ਜੀ ਚੜ੍ਹਾਈ ਕਰ ਗਏ ਤੇ ਉਸ ਤੋਂ ਬਾਅਦ ਪਿਤਾ ਜੀ ਚੜ੍ਹਾਈ ਕਰ ਗਏ। ਦੁਨਿਆਵੀ ਤੌਰ ਤੇ, ਦੁਨਿਆਵੀ ਨਜ਼ਰੀਏ ਤੇ ਉਹ ਪੂਰੇ ਯਤੀਮ ਹੋ ਗਏ, ਅਨਾਥ ਹੋ ਗਏ। ਜੰਮਣਾ ਮਰਨਾ ਜਿਹੜਾ ਹੈ ਨਾ ਇਹ ਪਰਮਾਤਮਾ ਦੇ ਹੱਥ ਵਿੱਚ ਹੈ, ਮਨੁੱਖ ਦੇ ਹੱਥ ਵਿੱਚ ਨਹੀਂ। ਜ਼ੋਰ ਨਾ ਜੀਵਨ, ਮਰਨ ਨਾ ਜ਼ੋਰ। ਨਾ ਆਪਣੀ ਮਰਜ਼ੀ ਦੇ ਨਾਲ ਬੰਦਾ ਪੈਦਾ ਹੋ ਸਕਦਾ ਤੇ ਨਾ ਜੰਮ ਸਕਦਾ, ਪਰ ਪਰਮਾਤਮਾ ਨਾ ਕਰੇ ਕਿਸੇ ਦੇ ਮਾਪੀਏ ਜਨਮ ਦੇ ਅੰਦਰ ਚਲਾਣਾ ਕਰ ਜਾਣ। ਕਿਉਂਕਿ ਜਦੋਂ ਬੱਚੇ ਦੇ ਮਾਪੀਏ ਬਚਪਨ ਦੇ ਅੰਦਰ ਚਲਾਣਾ ਕਰ ਜਾਂਦੇ ਨੇ ਨਾ, ਫਿਰ ਬੱਚੇ ਦੀ ਅੱਗੇ ਤਰੱਕੀ ਖਤਮ ਹੋ ਜਾਂਦੀ ਹੈ। ਕਿਉਂਕਿ ਮਾਪੀਏ ਚਾਹੁੰਦੇ ਨੇ ਸਾਡੇ ਬੱਚੇ ਅੱਗੇ ਪੜ੍ਹਨ ਲਿਖਣ, ਔਰ ਸਭ ਤੋਂ ਚੰਗੇ ਨੇ ਮਾਪੀਏ ਰਿਸ਼ਤਿਆਂ ਵਿੱਚ
क्योंकि वो चाहुंदे ने साडा जिहड़ा बच्चा ना ये प्रफुल्लित होवे और साडे तो भी अगे जावे। भावें माँ बाप भुखे रहन पर अपने बच्चों नूं चंगी खुराक देंदे ने, भावें मापीए अनपढ़ होण पर चाहुंदे ने साडे बच्चे जिहड़े ने ना वो अत दे पढ़ लिख के अगे वध जाण। क्योंकि मापीए हमेशा अपने बच्चों का भला सोचते हैं और जिस दे मापीए बचपन के अंदर गुजर गए समझ लो उन्हां दे सारे चाह जिहड़े ने ना वो खत्म हो जाते हैं। एक पंजाबी दे कवि ने बड़ा सुंदर लिखिया, वो कहंदा बापू मुक्के तां सब चाह मुक जाते ने, खुशियां दे सारे राह मुक जाते ने। जे मापीए मुक जान बचपन दे अंदर ते सारे लाड़ प्यार मुक जाते ने। जे माँ बाप मुक जान ते खुशियां दे सारे रस्ते खत्म हो जाते ने। बापू मुक्के तां सब चाह मुक जाते ने, खुशियां दे सारे राह मुक जाते ने। बापू नाल बाहरा जिंदगी दे अंदर बापू मुक्के जिवें शाह मुक जाते ने। समझो जे बापू मुक गया ना चलाना कर गया फिर साह मुक गए बंदे दे। अरदास करिए वो कहंदा रब्बा लंबी उम्र देवी सब दे मापियां नूं, क्योंकि मापियां बगैर जिंदगी दे सुझाव मुक जाते ने। जिन्हां दे मापिए मुकदे ने चलाना कर जाते ने उन्हां नूं फिर कोई चंगी सलाह देण वाला नहीं जे रहिंदा। साध संगत मापियां दा बहुत वड्डा रोल जिंदगी दे अंदर हुंदा है। मापियां दी कदर करिए। जेड़े नौजवान ने मैं बेनती करा सब तो वध सत्कार अपने माँ बाप दा करिए, क्योंकि मापियां दा सत्कार ही सब तो वड्डा सत्कार है। सानू मापियां दी कीमत दा नहीं पता, असी कदर नहीं करदे क्योंकि सानू कीमत दा नहीं पता। कदर उदों हुंदी है जदों कीमत दा पता लग जावे। हुण भाई जेठा जी नूं कोई पुछे, गुरु रामदास महाराज जी नूं पुछे सच्चे पातशाह मापियां दी कीमत की हुंदी है, वो कहंदे मेरे तो पुछो। जदों मैं अनाथ होया तां हम रुलते फिरते, मैं रुल गया कोई बात पुछण वाला नहीं सी हुंदा। साध संगत जदों तक चीज साडे कोल है ना उदों तक सानू उसदी कीमत दा पता नहीं जे हुंदा। परमात्मा ने सानू शरीर दिता सानू कीमत दा नहीं पता। सोहणियां अखां दित्तियां जिन्हां दे नाल असीं दुनिया दा नज़ारा तकदे हां, चंगियां चंगियां चीज़ां वेखदे हां, पर पुछो जरा जिन्हां दे कोल अखां नहीं, अखां दी कीमत की हुंदी है। परमात्मा ने सानू रसना दित्ती, दिन रात असीं बोलदे हां, ज्यादा बोलदे हां, निंदिया करदे हां, पर पुछो जिन्हां नूं परमात्मा ने जीव नहीं दित्ती, अपने अंदर दी बेबलता अपने अंदर दी भावना जिहड़ी किसी दे सामने नहीं रख पांदे हो, जिन्हां दे कोल जीव नहीं उन्हां नूं पुछो जीव दी कीमत किन्नी कु हुंदी है। साध संगत साडे कोल हत्थ ने परमात्मा ने दित्ते सानू कीमत दा नहीं पता, पैर दित्ते कीमत दा नहीं पता, पर जिन्हां नूं परमात्मा ने हत्थ पैर नहीं दित्ते उन्हां नूं पुछो जीवन दे अंदर हत्थ पैरां दी कीमत की हुंदी है। खुशकिस्मती दे नाल परमात्मा ने सानू मापिए दित्ते, असी कदर करिए सत्कार करिए। पुछो उन्हां नूं जिन्हां दे कोल मापिए नहीं, जीवन दे अंदर मापियां दी किन्नी कु कीमत हुंदी है, क्योंकि मापियां तो बगैर सारे सुझाव जेड़े ने वो मुक जांदे हन। क्योंकि मापिए मरदे दम तक अपने औलाद दे भले दी सोचदे ने। एक निक्की जी साखी आप जी सुना करके अगे वधांगा, क्योंकि ये साखी जेड़ी है ना सानू बहुत वड्डी सिक्ख्या दे सकदी है। एक बजुर्ग बाबा जेड़ा है ना बुढ़ा हो गया, उसका पुत्र कहन लगा बापू हुण तो बुढ़ा हो गया, मंजे ते बैठ करके बच्चों नूं डांटदा रहिंदा है, दिन रात घर विच कलेश पिया रहिंदा है। क्योंकि बजुर्ग बाबा बजुर्ग जदों बंदा हुंदा है ना वो मंजे ते बैठ जांदा, करना कुछ नहीं हुंदा, कर कुछ भी नहीं सकदा, क्योंकि अंग जेड़े ने शरीरक वो जवाब दे जांदे ने। वो मंजे ते बैठदा है और ख्याल करियो जदों घर विच कोई बच्चा गलत कम करदा है ना तो टोकदा जरूर है, आदत बनी हुई है कि गलत कम ना करिए। हुण बच्चों नूं ये पसंद नहीं हुंदा कि मंजे ते बैठ करके बापू जेड़ा ना वो साडे नाल टोका टाकी करे। खैर इस नौजवान दा पिता जेड़ा ना जदों बुढ़ा होया कहण लगा बापू
ਤੂੰ ਕਰਦਾ ਵੀ ਕੁਝ ਨਹੀਂ, ਹੁਣ ਅਸੀਂ ਤੇਰੀ ਸੇਵਾ ਸੰਭਾਲ ਨਹੀਂ ਕਰ ਸਕਦੇ, ਚੱਲ ਮੈਂ ਤੈਨੂੰ ਜੰਗਲ ਦੇ ਅੰਦਰ ਛੱਡਾਵਾਂ। ਬਾਪੂ ਨੇ ਬੜੇ ਤਰਲੇ ਲਏ, ਬੇਟਾ ਜੰਗਲ ਵਿੱਚ ਮੈਂ ਕਿਵੇਂ ਰਵਾਂਗਾ, ਉੱਥੇ ਕੌਣ ਰੋਟੀ ਪਾਣੀ ਦੇਵੇਗਾ, ਜੰਗਲੀ ਪਸ਼ੂ ਜਿਹੜੇ ਨੇ ਮੈਨੂੰ ਖਾ ਜਾਣਗੇ। ਕੇਵਲ ਸਿੱਖਿਆ ਲੈਣੀ ਹੈ ਸਾਨੂੰ ਸਾਖੀ ਤੋਂ, ਕਿਉਂਕਿ ਸਾਖੀ ਜਿਹੜੀ ਹੈ ਉਹ ਸਿੱਖਿਆ ਦੇਣ ਵਾਸਤੇ ਹੁੰਦੀ ਹੈ। ਕਹਿੰਦੇ ਮੁੰਡੇ ਨੇ ਇੱਕ ਨਾ ਸੁਣੀ, ਉਹ ਆਪਣੇ ਬਾਪੂ ਨੂੰ ਲੈ ਕੇ ਜੰਗਲ ਵਿੱਚ ਪਹੁੰਚ ਗਿਆ। ਜੰਗਲ ਬੜਾ ਭਿਆਨਕ, ਬੜਾ ਘਣਾ। ਕਹਿੰਦੇ ਜਦੋਂ ਬਾਪੂ ਨੂੰ ਜੰਗਲ ਵਿੱਚ ਛੱਡ ਕੇ ਮੁੜਨ ਲੱਗਾ, ਕਹਿਣ ਲੱਗਾ ਬਾਪੂ ਮੇਰੀ ਅਖੀਰਲੀ ਫਤਿਹ ਹੈ, ਹੁਣ ਤੂੰ ਆਪਣਾ ਜੰਗਲ ਵਿੱਚ ਰਹਿ। ਕਹਿੰਦੇ ਜਦੋਂ ਪੁੱਤਰ ਤੁਰਨ ਲੱਗਾ ਨਾ ਤੇ ਬਾਪੂ ਨੇ ਬਾਹਾਂ ਪਕੜ ਲਈ। ਹੁਣ ਪੁੱਤਰ ਨੂੰ ਬੜਾ ਗੁੱਸਾ ਆਇਆ, ਕਹਿੰਦੇ ਬਾਪੂ ਮੈਂ ਤੈਨੂੰ ਮੁੜ ਕੇ ਵਾਪਸ ਨਹੀਂ ਲੈ ਕੇ ਜਾਣਾ, ਹੁਣ ਘਰ ਤੈਨੂੰ ਹੁਣ ਜੰਗਲ ਵਿੱਚ ਹੀ ਰਹਿਣਾ। ਕਹਿੰਦੇ ਬੇਟਾ ਮੈਂ ਘਰ ਜਾਣ ਵਾਸਤੇ ਨਹੀਂ ਤੈਨੂੰ ਕਹਿ ਰਿਹਾ, ਤੂੰ ਤੁਰਨ ਲੱਗਾ ਹੈ। ਕਹਿੰਦੇ ਮੈਂ ਇੱਕ ਤੈਨੂੰ ਗੱਲ ਆਖਣੀ ਹੈ ਤੇਰੇ ਭਲੇ ਵਾਸਤੇ। ਕਹਿੰਦਾ ਦੱਸੋ। ਕਹਿੰਦੇ ਬੇਟਾ ਇਸ ਜੰਗਲ ਵਿੱਚ ਆਉਣਾ ਬੜਾ ਸੌਖਾ ਹੈ, ਜੰਗਲ ਵਿੱਚ ਪ੍ਰਵੇਸ਼ ਕਰਨਾ ਬੜਾ ਸੌਖਾ ਹੈ, ਪਰ ਜਿਹੜਾ ਇੱਕ ਵਾਰੀ ਇਸ ਜੰਗਲ ਦੇ ਅੰਦਰ ਭਟਕ ਜਾਏ ਨਾ, ਉਹ ਫਿਰ ਜੰਗਲ ਤੋਂ ਬਾਹਰ ਨਹੀਂ ਜੇ ਨਿਕਲ ਸਕਦਾ, ਕਿਉਂਕਿ ਉਹ ਭਟਕ ਜਾਂਦਾ ਹੈ। ਸਾਧ ਸੰਗਤ ਕਹਿੰਦਾ ਫਿਰ ਮੈਂ ਹੁਣ ਜੰਗਲ ਤੋਂ ਬਾਹਰ ਕਿਵੇਂ ਜਾਵਾਂਗਾ। ਬਾਪੂ ਕਹਿੰਦਾ ਬੇਟਾ ਮੈਨੂੰ ਪਤਾ ਸੀ ਕਿ ਜਿਹੜਾ ਇੱਕ ਵਾਰੀ ਜੰਗਲ ਵਿੱਚ ਆ ਗਿਆ ਨਾ, ਉਹ ਮੁੜ ਕੇ ਵਾਪਸ ਨਹੀਂ ਜੇ ਜਾ ਸਕਦਾ। ਇਸ ਕਰਕੇ ਮੈਂ ਆਪਣੇ ਥੈਲੇ ਦੇ ਅੰਦਰ ਨਾ ਪੀਲੇ ਪੱਤੇ ਇਹ ਤੋੜ ਕੇ ਰੱਖ ਲਏ ਸੀ, ਤੇ ਜਿੱਧਰ ਨੂੰ ਆਪਾਂ ਚੱਲ ਕੇ ਆਏ ਆ ਮੈਂ ਉਸ ਰਸਤੇ ਤੇ ਨਾ ਇਹ ਪੀਲੇ ਪੱਤੇ ਪਾਉਂਦਾ ਆਇਆ। ਕਹਿੰਦੇ ਤੂੰ ਪੀਲੇ ਪੱਤਿਆਂ ਨੂੰ ਦੇਖ ਕਰਕੇ ਤੁਰਦਾ ਜਾਈਂ ਤੇ ਜੰਗਲ ਤੋਂ ਬਾਹਰ ਨਿਕਲ ਜਾਏਗਾ। ਕਹਿੰਦੇ ਪੁੱਤਰ ਨੇ ਆਪਣੇ ਬਾਪੂ ਦੇ ਚਰਨ ਪਕੜ ਲਏ। ਕਹਿੰਦੇ ਪਿਤਾ ਹੁਣ ਮੈਂ ਕੱਲਾ ਨਹੀਂ ਜੇ ਜਾਣਾ, ਹੁਣ ਤੈਨੂੰ ਨਾਲ ਲੈ ਕਰਕੇ ਜਾਵਾਂਗਾ, ਕਿਉਂਕਿ ਤੂੰ ਤਾਂ ਮੈਂ ਤੈਨੂੰ ਜੰਗਲ ਵਿੱਚ ਛੱਡਣ ਵਾਸਤੇ ਆਇਆ ਤੇ ਤੂੰ ਤਾਂ ਵੀ ਮੇਰੇ ਭਲੇ ਦੀ ਸੋਚਦਾ ਹੈ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਮਾਂ ਪੀਏ ਮਰਦੇ ਦਮ ਤੱਕ ਆਪਣੇ ਬੱਚਿਆਂ ਦੀ ਭਲਾਈ ਸੋਚਦੇ ਨੇ, ਇਸ ਕਰਕੇ ਅਸੀਂ ਸਤਿਕਾਰ ਕਰੀਏ ਮਾਪਿਆਂ ਦਾ ਵੱਧ ਤੋਂ ਵੱਧ। ਮੈਂ ਬੇਨਤੀ ਕਰਾਂ, ਅੱਜ ਬੜੀ ਗਿਰਾਵਟ ਨਾਲ ਸਮਾਜ ਦੇ ਅੰਦਰ ਆਈ ਹੈ। ਮਾਪਿਆਂ ਦਾ ਸਤਿਕਾਰ ਬੰਦ ਕਰਕੇ ਅਸੀਂ ਲੋਕ ਦਿਖਾਵਾ ਬੜਾ ਸ਼ੁਰੂ ਕਰ ਦਿੱਤਾ। 2 ਮਿੰਟ ਮਾਪਿਆਂ ਦੀ ਸੇਵਾ ਤੇ ਜ਼ਰੂਰ ਲਵਾਂਗਾ, ਕਿਉਂਕਿ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਹ ਬਚਨ ਹੈ। ਕਹਿੰਦੇ ਕਾਹੇ ਪੂਤ ਝਗਰਤ ਹੋ ਸੰਗ ਬਾਪ, ਜਿਨ ਕੇ ਜਣੇ ਬੜੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਕਿ ਬੇਟਾ ਜਿਨ੍ਹਾਂ ਮਾਪਿਆਂ ਨੇ ਤੁਹਾਨੂੰ ਪੈਦਾ ਕੀਤਾ ਹੈ, ਜਿਨ੍ਹਾਂ ਮਾਪਿਆਂ ਕਰਕੇ ਤੁਸੀਂ ਵੱਡੇ ਹੋਏ ਹੋ, ਜਿਨ੍ਹਾਂ ਮਾਪਿਆਂ ਨੇ ਭੁੱਖੇ ਰਹਿ ਕਰਕੇ ਤੁਹਾਨੂੰ ਪਾਲਿਆ ਤੇ ਪੋਸਿਆ ਹੈ, ਕਹਿੰਦੇ ਉਹਨਾਂ ਦੇ ਨਾਲ ਥੋੜੀ ਜੀ ਮਾਇਆ ਪਿੱਛੇ, ਪ੍ਰਾਪਰਟੀ ਪਿੱਛੇ ਲੜਾਈ ਕਰਨੀ ਨਾ, ਇਹ ਬਹੁਤ ਵੱਡਾ ਪਾਪ ਹੈ। ਸਾਧ ਸੰਗਤ ਜੇ ਅਸੀਂ ਮਾਪਿਆਂ ਦਾ ਚੰਗਾ ਸਤਿਕਾਰ ਕਰਦੇ ਨਾ, ਚੰਗੀ ਸੇਵਾ ਸੰਭਾਲ ਕਰਦੇ, ਤੇ ਜਿਹੜੇ ਅੱਜ ਵਿਰਧ ਆਸ਼ਰਮ ਖੁੱਲੇ ਹੋਏ ਨੇ ਨਾ, ਇਹ ਕਦੇ ਵੀ ਨਾ ਹੁੰਦੇ। ਇਸ ਗੱਲ ਦੀ ਨਿਸ਼ਾਨੀ ਨੇ ਵਿਰਧ ਆਸ਼ਰਮ ਕਿ ਅਸੀਂ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਹਾਂ। ਸਾਰਿਆਂ ਦੀ ਗੱਲ ਨਹੀਂ, ਕਿਉਂਕਿ ਚੰਗੇ ਵੀ ਨਹੀਂ, ਪਰ ਚੰਗਿਆਂ ਵਿੱਚੋਂ ਕੁਝ ਮਾੜੇ ਵੀ ਹੁੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਨੇ ਇੱਕ ਬਹੁਤ ਵੱਡੀ ਲਾਨਤ ਦਿੱਤੀ। ਕਹਿੰਦੇ ਅਸੀਂ ਲੋਕਾਂ ਨੂੰ ਖੁਸ਼ ਕਰਨ ਵਾਸਤੇ ਬੜੇ ਯਤਨ ਕਰਦੇ ਹਾਂ, ਪਰ ਕਹਿੰਦੇ ਜੇ ਲੋਕ ਪਚਾਰਾ ਕਰਦਾ ਹੈ ਤੇ ਘਰ ਵਿੱਚ ਮਾਪਿਆਂ ਦੀ ਸੇਵਾ ਨਹੀਂ ਕਰਦਾ, ਉਸ ਤੋਂ ਵੱਡਾ ਅਕਿਰਤ ਘਨ ਦੁਨੀਆ ਦੇ ਅੰਦਰ ਕੋਈ ਨਹੀਂ। ਉਹ ਕਹਿੰਦੇ ਬੰਦਾ ਜਿਹੜਾ ਨਾ, ਉਹ ਸੁਣਨ ਵਾਸਤੇ ਬੈਠ ਜਾਂਦਾ ਵੇਦ, ਕਿ ਮੈਂ ਧਾਰਮਿਕ ਬੰਦਾ ਵੇਦ ਸੁਣਾ, ਪਰ ਜੇ ਮਾਪਿਆਂ ਦੀ ਸੇਵਾ ਨਹੀਂ ਕਰਦਾ, ਮਾਪਿਆਂ ਦਾ ਸਤਿਕਾਰ ਨਹੀਂ ਜੇ ਕਰਦਾ, ਕਹਿੰਦੇ ਉਸ ਤੋਂ ਵੱਡਾ ਅਕਿਰਤ ਘਣ ਨਹੀਂ। ਮੈਂ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਆਪ ਜੀ ਦੇ ਸਨਮੁਖ ਰੱਖ ਦੇਣਾ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਅਰਥ ਬਿਲਕੁਲ ਸਿੱਧੇ ਸਿੱਧੇ ਨੇ। ਮਾਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ। ਮਾਪਿਆਂ ਨੂੰ ਛੱਡਦਾ ਹੈ, ਉਹਨਾਂ ਦੇ ਸਤਿਕਾਰ ਨੂੰ ਛੱਡਦਾ ਹੈ ਤੇ ਵੇਦ ਸੁਣਨ ਵਾਸਤੇ ਬੈਠ ਜਾਂਦਾ, ਕਹਿੰਦੇ ਕੋਈ ਲਾਭ ਨਹੀਂ। ਮਾਪਿਓ ਪਰ ਹਰ ਕਰੈ ਤਪ, ਵਣਖੰਡ ਭੁੱਲਾ ਫਿਰੈ ਪ੍ਰਾਣੀ। ਮਾਪਿਆਂ ਨੂੰ ਛੱਡ ਕੇ ਹਵਨ ਕਰਦਾ, ਤਪ ਕਰਦਾ, ਕਹਿੰਦੇ ਫਿਰ ਉਹ ਭੁੱਲਿਆ ਹੋਇਆ ਜੀਵ ਹੈ। ਮਾਪਿਓ ਪਰ ਹਰ ਕਰੈ ਪੂਜ, ਦੇਵੀ ਦੇਵ ਨਾ ਸੇਵ ਕਮਾਣੀ।
ਮਾਪਿਆਂ ਨੂੰ ਛੱਡ ਕਰਕੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਪਰ ਕਹਿੰਦੇ ਉਹ ਪ੍ਰਵਾਨ ਨਹੀਂ ਜੇ ਹੋ ਸਕਦੀ। ਮਾਪਿਓ ਪਰ ਹਰ ਨਹਾਵਣਾ 68 ਤੀਰਥ ਘੁੰਮਣ ਵਾਣੀ, ਮਾਤਾ ਪਿਤਾ ਨੂੰ ਛੱਡ ਕੇ ਤੀਰਥਾਂ ਤੇ ਇਸ਼ਨਾਨ ਕਰਦਾ ਹੈ। ਮਾਪਿਆਂ ਦੀ ਸੇਵਾ ਨਹੀਂ, ਤੀਰਥਾਂ ਤੇ ਇਸ਼ਨਾਨ, ਕਹਿੰਦੇ ਉਹ ਤੀਰਥਾਂ ਦੇ ਇਸ਼ਨਾਨ ਵਿੱਚ ਘੁੰਮਣ ਘੇਰੀ ਵਿੱਚ ਪਿਆ ਰਹਿੰਦਾ ਹੈ। ਮਾਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ, ਜਿਹੜਾ ਮਾਪਿਆਂ ਨੂੰ ਛੱਡ ਕਰਕੇ ਦਾਨ ਪੁੰਨ ਕਰਦਾ ਹੈ। ਮੈਂ ਬੇਨਤੀ ਕਰਦੇ ਮੈਂ ਸਾਡੇ ਵਾਸਤੇ ਵੀ ਹੈ, ਜੇ ਘਰ ਵਿੱਚ ਮਾਪਿਆਂ ਦੀ ਸੇਵਾ ਨਹੀਂ ਕਰਦੇ, ਰੋਟੀ ਚੰਗੀ ਨਹੀਂ ਦਿੰਦੇ, ਤੇ ਗੁਰਦੁਆਰੇ ਆ ਕਰਕੇ ਲੰਗਰ ਕਰਾਂਦੇ ਰਹੀਏ ਲੋਕਾਂ ਨੂੰ ਖੁਸ਼ ਕਰਨ ਵਾਸਤੇ, ਤੇ ਉਸ ਦਾ ਕੋਈ ਲਾਭ ਨਹੀਂ। ਪਹਿਲੀ ਸੇਵਾ ਜਿਹੜੀ ਹੈ ਉਹ ਮਾਪਿਆਂ ਦੀ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਨਾ, ਮਾਪਿਓ ਪਰ ਹਰ ਕਰੈ ਦਾਨ, ਬੇਈਮਾਨ ਅਗਿਆਨ ਪ੍ਰਾਣੀ, ਉਹ ਬੇਈਮਾਨ ਹੈ, ਉਹ ਅਗਿਆਨੀ ਹੈ। ਮਾਪਿਓ ਪਰ ਹਰ ਕਰੈ ਵਰਤ, ਮਾਂ ਪਿਤਾ ਨੂੰ ਛੱਡ ਕੇ ਵਰਤ ਰੱਖਦਾ ਫਿਰਦਾ, ਲੋਕਾਂ ਦੇ ਸਾਹਮਣੇ ਪਰਚਾਵਾ ਕਰਦਾ, ਕਹਿੰਦਾ ਮੈਂ ਧਾਰਮਿਕ ਬੰਦਾ। ਪਰ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ, ਮਰ ਮਰ ਜੰਮੈ, ਉਹ ਕਹਿੰਦੇ ਉਹ ਜਿਹੜਾ ਭਰਮ ਭੁਲਾਣੀ, ਉਹ ਪ੍ਰਾਣੀ ਜਿਹੜਾ ਨਾ ਵਾਰ-ਵਾਰ ਜੰਮਦਾ ਤੇ ਵਾਰ-ਵਾਰ ਮਰਦਾ ਹੈ। ਗੁਰ ਪਰਮੇਸ਼ਰ ਸਾਰ ਨਾ ਜਾਣੀ, ਉਸਨੇ ਗੁਰੂ ਤੇ ਪ੍ਰਮਾਤਮਾ ਦੀ ਸਿੱਖਿਆ ਜਿਹੜੀ ਹੈ ਉਹ ਨਹੀਂ ਸਮਝੀ ਕਿ ਜਿਹੜਾ ਮਾਪਿਆਂ ਦੀ ਪੂਜਾ ਛੱਡ ਕੇ ਹੋਰ ਕੰਮ ਕਰਦਾ ਹੈ, ਕਹਿੰਦੇ ਉਸ ਦੇ ਉੱਤੇ ਲਾਨਤ ਹੈ। ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਅਸੀਂ ਮਾਪਿਆਂ ਦੀ ਸੇਵਾ ਕਰੀਏ, ਇਹ ਸਭ ਤੋਂ ਵੱਡੀ ਸੇਵਾ ਹੈ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਜਿਨ੍ਹਾਂ ਦੇ ਪੈਦਾ ਕੀਤੇ ਹੋਏ ਹੋ ਉਹਨਾਂ ਦੀ ਸੇਵਾ ਸਭ ਤੋਂ ਵੱਡੀ ਹੈ, ਕਿਉਂਕਿ ਮਾਪਿਆਂ ਦੀ ਸੇਵਾ ਤੋਂ ਵੱਡੀ ਦੁਨੀਆ ਦੇ ਅੰਦਰ ਸੇਵਾ ਕੋਈ ਨਹੀਂ। ਦੁਨਿਆਵੀ ਤੌਰ ਤੇ 7 ਸਾਲ ਦੀ ਉਮਰ ਦੇ ਅੰਦਰ ਯਤੀਮ ਹੋ ਗਏ ਨੇ, ਪਰ ਹੌਸਲੇ ਬੁਲੰਦ। ਸਾਧ ਸੰਗਤ, ਬੇਨਤੀ ਕਰਾਂ, ਜਦੋਂ ਬੰਦੇ ਦੇ ਉੱਤੇ ਵਿਪਤਾ ਆਉਂਦੀ ਹੈ ਨਾ, ਫਿਰ ਕੋਈ ਬਾਹ ਨਹੀਂ ਜੇ ਪਕੜਾ, ਕੋਈ ਬਾਹ ਪਕੜਨ ਵਾਲਾ ਨਹੀਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮੇਰੇ ਉੱਤੇ ਵਿਪਤਾ ਆਈ ਤੇ ਕਿਸੇ ਚਾਚੇ ਤਾਏ ਨੇ, ਕਿਸੇ ਸਾਖ ਸੰਬੰਧੀ ਨੇ ਬਾਹ ਨਹੀਂ ਜੇ ਪਕੜੀ, 2 ਵਕਤ ਦੀ ਰੋਟੀ ਦੇਣ ਵਾਲਾ ਕੋਈ ਨਹੀਂ। ਵੱਡਾ ਪਰਿਵਾਰ ਸੀ ਬਾਬਾ ਹਰਦਾਸ ਜੀ ਦਾ, ਔਰ ਇਹ ਸੰਸਾਰ ਦਾ ਇੱਕ ਵਰਤਾਰਾ ਬਣਿਆ ਹੋਇਆ ਹੈ। ਪਾਤਸ਼ਾਹ ਨੇ ਬਾਣੀ ਵਿੱਚ ਸੱਚਾਈ ਜਿਹੜੀ ਹੈ ਨਾ, ਉਹ ਸਾਡੇ ਸਨਮੁਖ ਰੱਖੀ ਹੈ। ਪਾਤਸ਼ਾਹ ਕਹਿੰਦੇ, ਸੁਖ ਮੈਂ ਬਹੁ ਸੰਗੀ ਭਏ, ਦੁੱਖ ਮੈਂ ਸੰਗ ਨਾ ਕੋਈ। ਇਹ ਵਰਤਾਰਾ ਕੀ ਹੈ? ਪਾਤਸ਼ਾਹ ਨੇ ਸੁਚੇਤ ਕੀਤਾ, ਕਹਿਣ ਲੱਗੇ, ਪ੍ਰੀਤਮ ਜਾਨ ਲਿਹੋ ਮਨ ਮਾਹੀ, ਆਪਣੇ ਸੁਖ ਸਿਉ ਹੀ ਜਗ ਫੰਦਿਓ, ਕੋ ਕਾਹੂ ਕੋ ਨਾਹੀ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਘੇਰੈ, ਵਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇਰੈ। ਇਹ ਬਿਦ ਕੋ ਵਿਵਹਾਰ ਬਨਿਓ ਹੈ, ਜਾਸਿਓ ਨੇਹੋ ਲਗਾਇਓ, ਅੰਤ ਬਾਰ ਨਾਨਕ ਬਿਨ ਹਰਜੀ, ਕੋ ਕਾਮ ਨਾ ਆਇਓ। ਗੁਰੂ ਰਾਮਦਾਸ ਮਹਾਰਾਜ ਆਪਣੇ ਸ਼ਬਦਾਂ ਵਿੱਚ ਕਹਿੰਦੇ ਨੇ, ਜੋ ਸੰਸਾਰੈ ਕੈ ਕੁਟੰਬ ਮਿੱਤਰ ਭਾਈ, ਦਿਸੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਕਹਿੰਦੇ ਸਜਣਾ, ਇਹ ਜਿਹੜੇ ਤੂੰ ਮਿੱਤਰ ਪੁੱਤਰ ਕੁਟੰਬ ਸਾਕ ਸੰਬੰਧੀ ਦੇਖਦਾ ਪਿਆ ਨਾ, ਇਹ ਉਦੋਂ ਤੱਕ ਤੇਰੇ ਨਾਲ ਨੇ ਜਦੋਂ ਤੱਕ ਇਹਨਾਂ ਦਾ ਮਤਲਬ ਹੈ, ਜਦੋਂ ਤੱਕ ਇਹਨਾਂ ਦੀ ਗਰਜ ਹੈ। ਜਿਸ ਦਿਨ ਗਰਜ ਪੂਰੀ ਹੋ ਗਈ, ਇਹਨਾਂ ਦਾ ਮਤਲਬ ਨਿਕਲ ਗਿਆ, ਕੋਈ ਤੇਰੇ ਨੇੜੇ ਨਹੀਂ ਜੇ ਆ ਸਕਦਾ। ਜੋ ਸੰਸਾਰੈ ਕੈ ਕੁਟੰਬ ਮਿੱਤਰ ਭਾਈ, ਦਿਸੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ। ਜਿਤ ਦਿਨ ਉਨਕਾ ਸਵਾਉ ਹੋ ਨਾ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਕਹਿੰਦੇ ਤੇਰੇ ਨੇੜੇ ਨਹੀਂ ਜੇ ਆ ਸਕਦਾ, ਕਿਉਂਕਿ ਸੁਖ ਦੇ ਅੰਦਰ ਬਹੁਤ ਸੰਗੀ ਨੇ, ਦੁੱਖ ਦੇ ਅੰਦਰ ਸਾਥ ਨਿਭਾਉਣ ਵਾਲਾ ਦੁਨੀਆ ਦੇ ਅੰਦਰ ਕੋਈ ਨਹੀਂ। ਸਾਧ ਸੰਗਤ, ਕਵੀ ਰਹਿਮ ਹੋਇਆ ਹੈ, ਉਸਨੇ ਇੱਕ ਬਚਨ ਆਖ ਦਿੱਤਾ, ਕਹਿੰਦਾ, ਹੇ ਰਹਿਮ, ਮਨੁੱਖ ਦੇ ਉੱਤੇ ਵਿਪਤਾ ਵੀ ਆਉਣੀ ਜਿਹੜੀ ਹੈ ਨਾ, ਇਹ ਜ਼ਰੂਰੀ ਹੈ। ਕਿਉਂ? ਕਿਉਂਕਿ ਵਿਪਤਾ ਦੇ ਅੰਦਰ ਪਤਾ ਲੱਗ ਜਾਂਦਾ ਕੌਣ ਆਪਣਾ ਤੇ ਕੌਣ ਪਰਾਇਆ। ਜਦੋਂ ਵਿਪਤਾ ਪੈਂਦੀ ਹੈ ਨਾ, ਔਖਾ ਸਮਾਂ ਆਉਂਦਾ ਹੈ, ਤਾਂ ਹੀ ਬੰਦੇ ਨੂੰ ਪਤਾ ਲੱਗਦਾ ਕੌਣ ਮੇਰਾ ਆਪਣਾ ਹੈ ਤੇ ਕੌਣ ਪਰਾਇਆ ਹੈ। ਰਹੀਮਨ ਵਿਪਤਾ ਹੂੰ ਭਲੀ, ਜੋ ਥੋੜੇ ਦਿਨ ਹੋਏ। ਹੇ ਰਹੀਮ, ਇਹ ਵਿਪਤਾ ਚੰਗੀ ਹੈ, ਪਰ ਬਸ਼ਰਤੇ ਥੋੜੇ ਦਿਨ ਦੀ ਹੋਵੇ। ਰਹੀਮਨ ਵਿਪਤਾ ਹੂੰ ਭਲੀ, ਜੋ ਥੋੜੇ ਦਿਨ ਹੋਏ। ਹਿਤ ਅਨਿਤ ਜਗਤ ਮੈਂ ਜਾਨ ਪਰਤ ਸਭ ਕੋਏ। ਫਿਰ ਪਤਾ ਲੱਗ ਜਾਂਦਾ ਕੌਣ ਆਪਣਾ
ਤੇ ਕੌਣ ਪਰਾਇਆ। ਇੱਕ ਫਾਰਸੀ ਦਾ ਸ਼ੇਰ ਕਹਿ ਕੇ ਮੈਂ ਸਮਾਪਤੀ ਕਰਾਂ, ਕਿਉਂਕਿ ਭਾਈ ਸਾਹਿਬ ਜੀ ਆ ਗਏ ਨੇ। ਇੱਕ ਫਾਰਸੀ ਦਾ ਵਿਦਵਾਨ ਕਹਿੰਦਾ ਹੈ, ਇਹ ਦੁਨੀਆ ਦੇ ਮਿੱਤਰ ਪੁੱਤਰ ਤੇ ਯਾਰ ਦੋਸਤ ਕਿਵੇਂ ਦੇ ਨੇ। ਕਹਿੰਦੇ ਕਦੇ ਅਨਾਰ ਦੀ ਕਲੀ ਨੂੰ ਵੇਖੋ, ਅਨਾਰ ਦਾ ਫੁੱਲ ਜਦੋਂ ਖਿੜਦਾ ਹੈ ਨਾ ਤੇ ਦੇਖਣ ਨੂੰ ਬੜਾ ਸੋਹਣਾ ਲੱਗਦਾ ਹੈ, ਬਹੁਤ ਸੁੰਦਰ। ਉਹਦੀ ਮਿਸਾਲ ਉਹਨਾਂ ਦਿੱਤੀ, ਕਹਿੰਦੇ ਦੋਸਤ ਇਹ ਜ਼ਮਾਨਾ ਮਿਸਲੇ ਗੁਲੇ ਅਨਾਰ ਅੰਧ। ਕਹਿੰਦੇ ਜ਼ਮਾਨਾ ਜਿਹੜਾ ਨਾ ਇਹ ਅਨਾਰ ਦੀ ਕਲੀ ਦੀ ਤਰ੍ਹਾਂ ਹੈ। ਇਹ ਮਿਸਾਲ ਦਿੱਤੀ। ਗੁਲੇ ਕਹਿੰਦੇ ਨੇ ਗੁਲ ਫੁੱਲ ਨੂੰ, ਅਨਾਰ ਅੰਧ। ਹੁਣ ਉਸ ਦੇ ਫੁੱਲ ਵਿੱਚ ਕੀ ਹੈ? ਕਹਿੰਦੇ ਖੁਸ਼ ਰੰਗ। ਜਿਹੜਾ ਅਨਾਰ ਦਾ ਫੁੱਲ ਹੈ ਨਾ ਉਸ ਦਾ ਰੰਗ ਬੜਾ ਸੋਹਣਾ, ਖੁਸ਼ ਰੰਗ ਖੁਸ਼ ਰੂਹ, ਤੇ ਦੇਖਣ ਨੂੰ ਬੜਾ ਸੋਹਣਾ ਲੱਗਦਾ ਖਿੜਿਆ ਹੋਇਆ। ਪਰ ਕਹਿੰਦੇ ਬੂਏ ਵਫਾ ਨਾ ਦਾਰਦ, ਉਸ ਦੇ ਅੰਦਰ ਖੁਸ਼ਬੂ ਬਿਲਕੁਲ ਨਹੀਂ। ਭਾਵੇਂ ਨੱਕ ਦੇ ਕਿਤਨੇ ਵੀ ਨੇੜੇ ਲੈ ਕੇ ਜਾਈਏ ਖੁਸ਼ਬੂ ਆ ਨਹੀਂ ਸਕਦੀ। ਬਿਲਕੁਲ ਇਵੇਂ ਹੀ ਇਹ ਦੁਨੀਆ ਦੇ ਯਾਰ ਮਿੱਤਰ ਜਿਹੜੇ ਨੇ ਨਾ, ਇਹ ਦੂਰੋਂ ਦੂਰੋਂ ਦੇਖਣ ਨੂੰ ਬੜੇ ਚੰਗੇ ਲੱਗਦੇ ਨੇ। ਜਦੋਂ ਤੱਕ ਸੁੱਖ ਹੈ ਤਾਂ ਤੱਕ ਆਪਣੇ ਪ੍ਰਤੀਤ ਹੋਣਗੇ, ਔਰ ਜਿਸ ਦਿਨ ਵਿਪਤਾ ਆਉਂਦੀ ਹੈ ਨਾ ਉਸ ਦਿਨ ਕੋਈ ਸਾਥ ਨਿਭਾਉਣ ਵਾਲਾ ਨਹੀਂ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਕਹਿੰਦੇ, ਸਜਣਾ ਇਸ ਕਰਕੇ ਇੱਕ ਪਰਮਾਤਮਾ ਦੇ ਨਾਲ ਜੁੜ, ਜਿਹੜਾ ਤੇਰੇ ਦੁੱਖ ਵਿੱਚ ਵੀ ਤੇ ਸੁੱਖ ਵਿੱਚ ਵੀ ਸਾਥ ਨਿਭਾਉਣ ਵਾਲਾ ਹੈ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਮੁਆਫੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ